विद्या विचारी ता परोपकारी। ਆਪਾਂ ਅੱਜ ਪੋਲਿਟੀ ਦਾ ਦੂਜਾ ਸੈਸ਼ਨ ਲੈ ਕੇ ਆਏ ਹਾਂ, ਪੋਲਿਟੀ ਸੈਸ਼ਨ ਨੰਬਰ 2। ਕੱਲ ਆਪਾਂ ਪਹਿਲਾ ਸੈਸ਼ਨ ਕੀਤਾ ਸੀਗਾ ਪੋਲਿਟੀ ਦਾ, ਜਿਹਦੇ ਵਿੱਚ ਕਾਫੀ ਸਾਰੇ ਕਮੈਂਟ ਆਏ ਸੀਗੇ। ਕਾਫੀ ਸਾਰੇ ਕਮੈਂਟਾਂ ਦੇ ਵਿੱਚ ਦੋ ਗੱਲਾਂ ਮੁੱਖ ਰੱਖੀਆਂ ਗਈਆਂ। ਪਹਿਲੀ ਗੱਲ ਇਹ ਕਿ ਤੁਸੀਂ ਥੋੜੀ ਜੀ ਆਪਣੀ ਜਿਹੜੀ ਸਪੀਡ, ਮੈਨੂੰ ਕਿਹਾ ਗਿਆ ਵੀ ਥੋੜੀ ਜੀ ਸਪੀਡ ਘਟਾ ਲਓ। ਅੱਜ ਮੈਂ ਕੋਸ਼ਿਸ਼ ਕਰਾਂਗਾ ਥੋੜਾ ਜਿਹਾ ਸਲੋ ਬੋਲਾਂਗਾ ਤੇ ਥੋੜੀ ਸਪੀਡ ਘਟਾਵਾਂਗਾ ਤੇ ਅੱਖਰ ਵੀ ਮੈਂ ਅੱਜ ਵੱਡੇ ਰੱਖੇ ਹਨ ਤੇ ਕੋਸ਼ਿਸ਼ ਕੀਤੀ ਹੈ ਵੀ ਤੁਹਾਨੂੰ ਸਾਫ਼ ਸੁਥਰਾ ਦਿਖਾਈ ਦੇ ਸਕੇ। ठीक है जी, इसी नोट में आप शुरू करते हैं पॉलिटी सैशन नंबर 2। आप अज की पढ़ांगे, आप अज पढ़ांगे भारतीय संविधान के स्रोत। देखो भारतीय संविधान के स्रोत का की मतलब होया, इंग्लिश में कहते हैं सोर्सिस ऑफ इंडियन कॉन्स्टिट्यूशन। भी जिहड़ा इंडियन कॉन्स्टिट्यूशन है ना, काफी सारे सोर्सिस तो लिता गया। देखो हिंदुस्तान जो कॉन्स्टिट्यूशन बन रहा है ना, उस तो पहला काफी सारे संविधान जिहड़े कॉन्स्टिट्यूशन जिहड़े रेडी हो चुके थे। जिवें काफी सारे कंट्री के कॉन्स्टिट्यूशन पहले एग्जिस्ट करते थे। ਆਪਾਂ ਕੀ ਕੀਤਾ, ਜਿਨ੍ਹਾਂ ਕੰਟਰੀਆਂ ਦੇ ਕਨਸਟੀਟਿਊਸ਼ਨ ਸੀਗੇ ਨਾ, ਆਪਾਂ ਉਹਨਾਂ ਦੇ ਵਿੱਚੋਂ ਉਹਨਾਂ ਦੇ ਗੁਣ ਜਿਹੜੇ ਉਹਨਾਂ ਦੇ ਹੈਗੇ ਆ, ਆਪਾਂ ਆਪਣੇ ਕਨਸਟੀਟਿਊਸ਼ਨ ਦੇ ਵਿੱਚ ਉਹਨਾਂ ਨੂੰ ਲੈ ਆਏ। ਇਹਦਾ ਫਾਇਦਾ ਕੀ ਹੋਇਆ, ਸਾਡਾ ਕਨਸਟੀਟਿਊਸ਼ਨ ਇੱਕ ਕਾਫੀ ਮੰਨਿਆ ਜਾਣ ਵਾਲਾ ਕਨਸਟੀਟਿਊਸ਼ਨ ਮੰਨਿਆ ਜਾਂਦਾ ਹੈ ਤੇ ਬਿਕੋਜ਼ ਇਹ ਲਾਰਜੈਸਟ ਆਪਣੀ ਜਿਹੜੀ ਡੈਮੋਕ੍ਰੇਸੀ ਹੈ ਨਾ, ਉਹਦਾ ਇਹ ਬਹੁਤ ਵੱਡਾ ਪਾਰਟ ਹੁੰਦਾ ਸੰਵਿਧਾਨ। ਇਸ ਕਰਕੇ ਜਿਹੜਾ ਸਾਡਾ ਸੰਵਿਧਾਨ ਹੈ ਉਹਨੂੰ ਕਾਫੀ ਜਗ੍ਹਾ ਮੰਨਿਆ ਜਾਂਦਾ ਹੈ। ਉਹਨਾਂ ਵਿੱਚ ਇਹ ਸਾਡੇ ਸੰਵਿਧਾਨ ਦੇ ਵਿੱਚ ਇਹਨਾਂ ਸਾਰੀ ਕੰਟਰੀਜ਼ ਦੇ ਜਿਹੜੇ ਆ ਗੁਣ ਦਿੱਤੇ ਗਏ ਸੀਗੇ। ਆਪਾਂ ਉਹਨਾਂ ਦੇ ਗੁਣਾਂ ਬਾਰੇ ਪੜਾਂਗੇ। ਪੇਪਰ ਦੇ ਵਿੱਚ ਸਵਾਲ ਇਸ ਤਰ੍ਹਾਂ ਆਉਂਦਾ ਹੈ ਵੀ ਆਹ ਵਾਲਾ ਜਿਹੜਾ ਗੁਣ ਹੈ ਇਹ ਕਿਹੜੀ ਕੰਟਰੀ ਤੋਂ ਲਿੱਤਾ ਗਿਆ ਸੀਗਾ। ਇਹ ਸਵਾਲ ਸਾਨੂੰ ਅਕਸਰ ਦੇਖਣ ਨੂੰ ਮਿਲਦਾ ਪੇਪਰਾਂ ਦੇ ਵਿੱਚ। ਸੋ ਆਪਾਂ ਅੱਜ ਇਹ ਸਰੋਤ ਪੜਨ ਜਾ ਰਹੇ ਹਾਂ ਭਾਰਤੀ ਸੰਵਿਧਾਨ ਦੇ, ਇੰਡੀਅਨ ਪੋਲਿਟੀ ਦੇ, ਜਿਹੜਾ ਇੰਡੀਅਨ ਪੋਲਿਟੀ ਦੇ ਵਿੱਚ ਦੂਜਾ ਸੈਸ਼ਨ ਹੈ ਆਪਣਾ ਅੱਜ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਅੱਜ ਸਰੋਤਾਂ ਦੇ ਬਾਰੇ ਯੂਕੇ ਦੀ। ਦੇਖੋ ਆਪਾਂ ਨੂੰ ਪਤਾ ਵੀ ਸਾਡੇ ਤੋਂ ਇੱਕ ਕੰਟਰੀ ਨੇ ਰਾਜ ਕੀਤਾ ਸੀ 100-150 ਸਾਲ, ਉਹ ਯੂਕੇ ਹੀ ਸੀਗਾ ਜਿਹਨੇ ਸਾਨੂੰ ਰਾਜ ਕੀਤਾ ਸੀ 100 ਤੋਂ 150 ਸਾਲ। ਤੇ ਯੂਕੇ ਦਾ ਆਪਾਂ ਬਾਰੇ ਇੱਕ ਹੋਰ ਚੀਜ਼ ਪੜ੍ਹੀ ਸੀ, ਜਿਹੜਾ ਯੂਕੇ ਦਾ ਕਨਸਟੀਟਿਊਸ਼ਨ ਹੈ ਉਹ ਓਰਲ ਚ ਹੈ। ਕੱਲ ਆਪਾਂ ਪੜਿਆ ਸੀ ਨਾ ਇੱਕ ਫੈਕਟ, ਜਿਹੜਾ ਯੂਕੇ ਦਾ ਕਨਸਟੀਟਿਊਸ਼ਨ ਹੈ ਓਰਲ ਚ ਹੈ। ਆਪਾਂ ਇਸ ਨੂੰ ਵੀ ਯਾਦ ਰੱਖਾਂਗੇ, ਭੁੱਲਣਾ ਨਹੀਂ ਬਿਲਕੁਲ ਨਹੀਂ ਹੈ। ਪਹਿਲੀ ਆਪਾਂ ਚੀਜ਼ ਪੜਨ ਜਾ ਰਹੇ ਹਾਂ ਕਾਨੂੰਨ ਦਾ ਰਾਜ। ਆਪਾਂ ਦੇਖਦੇ ਆ ਰਹੇ ਹਾਂ ਜਿਵੇਂ ਆਪਣੇ ਹਿੰਦੁਸਤਾਨ ਵਿੱਚ ਆਪਾਂ ਗੱਲ ਕਰੀਏ ਰੂਲ ਆਫ ਲਾਅ ਕਹਿੰਦੇ ਆ ਇਹਨੂੰ, ਰੂਲ ਆਫ ਲਾਅ। ਆਪਣੇ ਉਰੇ ਲਾਅ ਦਾ ਰਾਜ ਹੈ, ਮਤਲਬ ਅਗਰ ਕੋਈ ਲਾਅ ਪਾਸ ਹੁੰਦਾ ਹੈ ਤਾਂ ਆਪਾਂ ਉਹਦਾ ਪਾਲਣਾ ਕਰਦੇ ਹਾਂ। ਜੇ ਆਪਾਂ ਨੂੰ ਪਤਾ ਵੀ ਆਪਾਂ ਰੈੱਡ ਬੱਤੀ ਕ੍ਰਾਸ ਨਹੀਂ ਕਰਨੀ ਤਾਂ ਲੋਕ ਉਸਦੀ ਪਾਲਣਾ ਕਰਦੇ ਆ। ਇਹਨੂੰ ਕਹਿੰਦੇ ਆ ਰੂਲ ਆਫ ਲਾਅ। ਵੀ ਆਪਾਂ ਇੱਥੇ ਜਿਹੜਾ ਸਭ ਤੋਂ ਉੱਪਰ ਰਹੇਗਾ ਰੂਲ ਰਹੇਗਾ, ਰੂਲ ਦੀ ਲੋਕੀ ਪਾਲਣਾ ਕरेंगे, रूल ਦਾ ਰਾਜ ਰਹੇਗਾ, ਕਾਨੂੰਨ ਦਾ ਰਾਜ ਰਹੇਗਾ। ਜੋ ਕਾਨੂੰਨ ਕਹੇਗਾ ਆਪਾਂ ਉਸੇ ਤਰੀਕੇ ਚੱਲਾਂਗੇ। ਠੀਕ ਹੈ ਜੀ। ਕਾਨੂੰਨ ਦਾ ਰਾਜ ਕਿੱਥੋਂ ਲਿੱਤਾ ਗਿਆ ਸੀ? ਯੂਕੇ ਤੋਂ ਲਿੱਤਾ ਗਿਆ ਸੀ। ਦੂਜੀ ਗੱਲ ਕੈਬਨਿਟ ਸਿਸਟਮ। ਆਪਾਂ ਗੱਲ ਸੁਣਦੇ ਆਨੇ ਆ ਵੀ ਆਹ ਕੈਬਨਿਟ ਮਿਨਿਸਟਰ ਨੇ ਆਹ ਅਨਾਉਂਸਮੈਂਟ ਕਰਤੀ, ਹੈਲਥ ਕੈਬਨਿਟ ਮਿਨਿਸਟਰ ਨੇ ਹੈਲਥ ਬਾਰੇ ਜਾਣਕਾਰੀਆਂ ਦਿੱਤੀਆਂ। ਇਹ ਕੈਬਨਿਟ ਮਿਨਿਸਟਰ ਹੁੰਦੇ ਕੀ ਹੈ? ਕੈਬਨਿਟ ਸਿਸਟਮ ਹੁੰਦਾ ਕੀ ਹੈ? ਇਹ ਕੈਬਨਿਟ ਸਿਸਟਮ ਬੇਸਿਕਲੀ ਇਹੀ ਹੁੰਦਾ ਹੈ, ਜਦੋਂ ਆਪਾਂ ਸਰਕਾਰ ਚੁਣਦੇ ਆ ਨਾ ਤਾਂ ਇੱਕ ਕੈਬਨਿਟ ਬਣਾਈ ਜਾਂਦੀ ਹੈ, ਜਿਹੜੇ ਵਧੀਆ ਤੋਂ ਵਧੀਆ ਐਮਐਲਏ ਹੁੰਦੇ ਆ, ਵਧੀਆ ਤੋਂ ਵਧੀਆ ਜਿਹੜੇ ਚੁਣੇ ਜਾਣ ਵਾਲੇ ਲੀਡਰ ਹੁੰਦੇ ਆ ਨਾ, ਜੋ ਵਧੀਆ ਤੋਂ ਵਧੀਆ ਨੂੰ ਸਾਂਭ ਸਕਦੇ ਆ। ਜੇ ਆਪਣੇ ਜਿਹੜੇ ਕੈਬਨਿਟ ਮਿਨਿਸਟਰ ਦੀ ਗੱਲ ਕਰੀਏ, ਇਹ ਹਿੰਦੁਸਤਾਨ ਦਾ ਕੈਬਨਿਟ ਹੈਲਥ ਮਿਨਿਸਟਰ ਦੀ ਗੱਲ ਕਰੀਏ ਹਿੰਦੁਸਤਾਨ ਦੇ, ਤਾਂ ਡਾਕਟਰ ਹਰਸ਼ਵਰਧਨ ਦਾ ਨਾਮ ਹੈ। ਉਹ ਡਾਕਟਰ ਨੇ, ਉਹ ਕਾਫੀ ਮੰਨੇ ਤੰਨੇ ਡਾਕਟਰ ਜਾਂਦੇ ਸੀਗੇ। ਤੇ ਹੈਲਥ ਦੀ ਮਿਨਿਸਟਰੀ ਉਹਨਾਂ ਨੂੰ ਤਾਂ ਹੀ ਦਿੱਤੀ ਗਈ ਕੈਬਨਿਟ ਮਿਨਿਸਟਰੀ, ਤਾਂ ਕਿ ਉਹ ਹੈਲਥ ਦਾ ਸਾਰਾ ਭਾਰ ਜਿਹੜਾ ਹਿੰਦੁਸਤਾਨ ਦਾ ਉਹ ਸਾਂਭ ਸਕਦੇ ਆ। ਇਸੇ ਕਰਕੇ ਕੈਬਨਿਟ ਸਿਸਟਮ ਜਿਹੜਾ ਕਿੱਥੋਂ ਲਿੱਤਾ ਗਿਆ? ਯੂਕੇ ਤੋਂ ਲਿੱਤਾ ਗਿਆ। ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਸੰਸਦੀ ਸਰਕਾਰ ਦੀ। ਸੰਸਦੀ ਸਰਕਾਰ ਕੀ ਹੁੰਦੀ ਹੈ? ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ। ਦੇਖੋ ਆਪਾਂ ਸੁਣਦੇ ਆਨੇ ਆ ਯੂਕੇ, ਆਪਾਂ ਯੂਕੇ ਵੀ ਦੇਖਿਆ ਸੰਸਦੀ ਸਰਕਾਰ ਜਿਹੜੀ ਹੈਗੀ ਹੈ। ਆਪਾਂ ਸੁਣਦੇ ਆਨੇ ਕਈ ਕੰਟਰੀਆਂ ਦੇ ਵਿੱਚ ਰਾਸ਼ਟਰਪਤੀ ਜਿਹੜੇ ਆ ਉਹ ਜ਼ਿਆਦਾ ਅਨਾਉਂਸਮੈਂਟਸ ਕਰਦੇ ਆ, ਜ਼ਿਆਦਾ ਗੱਲਬਾਤ ਕਰਦੇ ਆ। ਰਾਸ਼ਟਰਪਤੀ ਕੋਲ ਜ਼ਿਆਦਾ ਪਾਵਰ ਹੁੰਦੀ ਹੈ ਕਈ ਕੰਟਰੀਆਂ ਦੇ ਵਿੱਚ, ਜਿਵੇਂ ਕਿ ਆਪਾਂ ਯੂਐਸਏ ਕਹਿ ਸਕਦੇ ਆ ਅਮਰੀਕਾ ਦੇ ਵਿੱਚ। ਰਾਸ਼ਟਰਪਤੀ ਆਪਾਂ ਸੁਣਦੇ ਨੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਹ ਕਰਤਾ ਸੀ, ਹੁਣ ਜੋ ਬਾਈਡਨ ਆ ਚੁੱਕੇ ਚਲੋ, तो राष्ट्रपति को पावर होंगी है। पर अपने उरे ਆਪਾਂ ਕੀ ਸੁਣਦੇ ਆਨੇ ਆ ਵੀ ਪ੍ਰਧਾਨ ਮੰਤਰੀ को ज्यादा पावर है। ਜਦੋਂ ਆਪਾਂ ਕੋਈ ਸੁਣਦੇ ਆ ਕੋਈ ਅਨਾਉਂਸਮੈਂਟ, ਕੋਈ ਲੋਕਡਾਊਨ ਦੀ ਅਨਾਉਂਸਮੈਂਟ ਕਰਨੀ ਹੈ, ਉਦੋਂ ਕੌਣ ਸਾਹਮਣੇ ਆਉਂਦਾ? ਪ੍ਰਧਾਨ ਮੰਤਰੀ ਸਾਹਿਬ ਆਉਂਦੇ ਆ, ਉਹ ਅਨਾਉਂਸਮੈਂਟ ਕਰਦੇ ਆ ਵੀ ਹਾਂਜੀ ਵੀ ਆਪਣਾ ਜਿਹੜਾ ਲੋਕਡਾਊਨ ਹੈ ਇਹ 5 ਦਿਨ ਦਾ ਲੱਗਣ ਲੱਗਾ ਹੈ, ਇਹ 10 ਦਿਨ ਦਾ ਲੱਗਣ ਲੱਗਾ ਹੈ। ਇਹ ਸਾਰੀ ਅਨਾਉਂਸਮੈਂਟ ਜਿਹੜੀ ਪਾਵਰ ਜਿਹੜੀ ਮਤਲਬ ਆਪਾਂ ਕਹੀਏ ਉਹ ਕਿਤੇ ਕੋਲ ਆ? ਪ੍ਰਧਾਨ ਮੰਤਰੀ ਕੋਲ। ਤਾਂ ਪਾਰਲੀਮੈਂਟਰੀ ਫਾਰਮ ਦੇ ਵਿੱਚ ਕੀ ਹੁੰਦਾ ਹੈ? ਜਿਹੜੀ ਪਾਵਰ ਹੁੰਦੀ ਹੈ ਸੰਸਦੀ ਵਿੱਚ, ਉਹ ਜਿਹੜੀ ਹੈ ਪ੍ਰਧਾਨ ਮੰਤਰੀ ਕੋਲ ਹੁੰਦੀ ਹੈ। ਤੇ ਜਿਹੜੀ ਦੂਜੀ ਹੁੰਦੀ ਹੈ ਉਹ ਜਿਹੜੀ ਦੂਜੀ ਪ੍ਰੈਜ਼ੀਡੈਂਸ਼ੀਅਲ ਹੁੰਦੀ ਹੈ, ਮਤਲਬ ਜਿਹੜੀ ਆਪਾਂ ਰਾਸ਼ਟਰਪਤੀ ਵਾਲੀ ਕਹੀਏ ਤਾਂ ਉਹਦੇ ਰਾਸ਼ਟਰਪਤੀ ਹੁੰਦੀ ਹੈ। पेपर ਦੇ ਵਿੱਚ ਤੁਹਾਨੂੰ ਇੱਕ ਹੋਰ ਸਵਾਲ ਪੁੱਛਿਆ ਜਾਏਗਾ, ਇੰਡੀਆ ਦੇ ਵਿੱਚ ਕਿਹੜੀ ਸਰਕਾਰ ਚੱਲਦੀ ਹੈ? ਸੰਸਦੀ ਸਰਕਾਰ ਚੱਲਦੀ ਹੈ, ਰਾਸ਼ਟਰਪਤੀ ਸਰਕਾਰ ਚੱਲਦੀ ਹੈ? ਤੇ ਉੱਥੇ ਕਾਫੀ ਆਪਸ਼ਨ ਦੇ ਦੂਗਾ ਤੁਹਾਨੂੰ, ਤੁਸੀਂ ਉੱਥੇ ਕੰਫਿਊਜ਼ ਨਹੀਂ ਹੋਣਾ। ਉਰੇ ਰਾਸ਼ਟਰਪਤੀ ਸਰਕਾਰ ਨਹੀਂ ਚੱਲਦੀ, ਉਰੇ ਸੰਸਦੀ ਸਰਕਾਰ ਚੱਲਦੀ ਹੈ।
ਜਿਹਦੇ ਵਿੱਚ ਪਾਵਰ ਜਿਹੜੀ ਹੈ, ਰੀਅਲ ਪਾਵਰ ਜਿਹੜੀ ਆਪਾਂ ਕਹੀਏ ਤਾਂ ਉਹ ਪ੍ਰਧਾਨ ਮੰਤਰੀ ਕੋਲ ਹੁੰਦੀ ਹੈ, ਨਾ ਕਿ ਰਾਸ਼ਟਰਪਤੀ ਕੋਲ। ਇਹ ਧਿਆਨ ਰੱਖਣਾ ਤੁਸੀਂ ਅਟੈਂਪਟ ਕਰਦੇ ਵੇਲੇ। ਤਿੰਨ ਚੀਜ਼ਾਂ ਆਪਾਂ ਪੜ੍ਹਨੀਆਂ। ਚੌਥੀ ਚੀਜ਼ ਆਪਾਂ ਪੜ੍ਹਨ ਲੱਗੇ ਹਾਂ ਦੁਗਲੀ ਵਿਧਾਨ ਸਭਾ। ਆਪਾਂ ਇੱਕ ਹੋਰ ਚੀਜ਼ ਸੁਣਦੇ ਆ ਰਹੇ ਹਾਂ, ਆਪਣੇ ਉਰੇ ਲੋਕ ਸਭਾ ਵੀ ਹੈ ਤੇ ਰਾਜ ਸਭਾ ਵੀ ਹੈ। ਦੋ ਉਰੇ ਆਪਣੇ ਜਿਹੜੀਆਂ ਯੂਨੀ ਕੈਮਰਲ ਨਹੀਂ ਹੈ, ਬਾਈ ਕੈਮਰਲ ਜਿਹੜੀ ਆਪਣੇ ਵਿਧਾਨ ਸਭਾ ਨੇ, ਲੋਕ ਸਭਾ ਤੇ ਰਾਜ ਸਭਾ। ਇਹ ਵੀ ਆਪਾਂ ਯੂਕੇ ਤੋਂ ਬਰੋਡ ਕੀਤਾ ਹੈ। ਪੇਪਰ ਨੇ ਤੁਹਾਨੂੰ ਇਹ ਪੁੱਛੂਗਾ ਵੀ ਜਿਹੜੀ ਬਾਈ ਕੈਮਰਲ ਗਵਰਨਮੈਂਟ ਹੈ, ਬਾਈ ਕੈਮਰਲ ਵਿਧਾਨ ਸਭਾ ਹੈ ਜਾਂ ਦੁਗਲੀ ਵਿਧਾਨ ਸਭਾ ਹੈ, ਉਹ ਕਿੱਥੋਂ ਲਿੱਤੀ ਆਪਾਂ? ਤਾਂ ਆਨਸਰ ਯੂਕੇ ਹੀ ਬਣੂਗਾ। ਇਹ ਚਾਰ ਆਨਸਰ ਯੂਕੇ ਹੀ ਬਣੂਗਾ। ਆਪਾਂ ਜਿੰਨਾ ਕਰ ਰਹੇ ਹਾਂ ਯੂਕੇ ਦਾ ਹੀ ਕਰ ਰਹੇ ਹਾਂ। ਤਾਂ ਦੁਗਲੀ ਵਿਧਾਨ ਸਭਾ ਬਾਈ ਕੈਮਰਲ ਜਿਹੜੀ ਆਪਣੀ ਵਿਧਾਨ ਸਭਾ ਹੈ, ਠੀਕ ਹੈ ਜੀ। ਤਾਂ ਬਾਈ ਕੈਮਰਲ ਦੇ ਵਿੱਚ ਕੀ ਹੁੰਦਾ ਹੈ, ਇੱਕ ਰਾਜ ਸਭਾ ਹੁੰਦੀ ਹੈ, ਇੱਕ ਲੋਕ ਸਭਾ ਹੁੰਦੀ ਹੈ। ਇਹਦੇ ਨਾਲ ਇਹਦਾ ਫਾਇਦਾ ਕੀ ਹੋਏਗਾ ਆਪਾਂ ਨੂੰ? ਇੱਕ ਤਾਂ ਟਰਾਂਸਪੇਰੈਂਸੀ ਵਧੇਗੀ, ਇਹ ਪਾਰਦਰਸ਼ਿਤਾ ਵਧੇਗੀ, ਲੋਕਾਂ ਦੇ ਵਿੱਚ ਵਿਸ਼ਵਾਸ ਵਧੇਗਾ ਵੀ ਸਾਡੇ ਜਿਹੜੇ ਚੁਣੇ ਹੋਏ ਨੁਮਾਇੰਦੇ ਹੈ, ਜਿਨ੍ਹਾਂ ਨੂੰ ਅਸੀਂ ਚੁਣਿਆ, ਜਿਨ੍ਹਾਂ ਨੂੰ ਅਸੀਂ ਵੋਟਾਂ ਦਿੱਤੀਆਂ, ਉਹ ਸਾਡੀ ਗੱਲ ਕਰਨਗੇ। ਇਹਨਾਂ ਵਿੱਚ ਜਿਹੜੀ ਵਿਧਾਨ ਸਭਾ ਹੈ ਉਹ ਲਾਅ ਜਿਹੜੇ ਆਪਣੇ ਕਾਨੂੰਨ ਬਣਦੇ ਨੇ ਦੇਸ਼ ਦੇ ਵਿੱਚ, ਜਿਵੇਂ ਆ ਕਿਸਾਨੀ ਦਾ ਵੀ ਕਾਨੂੰਨ ਜਿਹੜਾ ਆਪਾਂ ਗੱਲ ਕਰਦੇ ਹਾਂ, ਕਿਸਾਨੀ ਕਾਨੂੰਨ ਦੀ ਵੀ, ਇਹ ਵੀ ਜਿਹੜਾ ਆਪਣਾ ਦੋਵੇਂ ਵਿਧਾਨ ਸਭਾ ਤੋਂ ਪਾਸ ਹੋਇਆ। ਲੋਕ ਸਭਾ ਰਾਜ ਸਭਾ ਦੋਨਾਂ ਨੇ ਇਹਨੂੰ ਪਾਸ ਕੀਤਾ, ਇਹ ਤਾਂ ਲਾਅ ਬਣਿਆ। ਚਲੋ ਉਹ ਕੰਟਰੋਵਰਸੀ ਦੇ ਵਿੱਚ ਆ ਚੁੱਕਾ, ਉਹ ਅੱਡ ਗੱਲ ਹੈ। ਚਲੋ ਉਹ ਸਰਕਾਰ ਦੀ ਉਹ ਅੱਡ ਗੱਲ ਹੈ, ਪਰ ਇਹ ਜਿਹੜਾ ਪਾਸ ਹੋਣਾ, ਜਿਹੜਾ ਲਾਅ ਜਿਹੜਾ ਪਾਸ ਹੁੰਦਾ ਹੈ, ਇਹ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿੱਥੋਂ ਹੁੰਦਾ ਹੈ। ਤਾਂ ਇਹ ਦੁਗਲੀ ਵਿਧਾਨ ਸਭਾ ਤੋਂ ਹੁੰਦਾ ਹੈ। ਪੇਪਰ ਦੇ ਵਿੱਚ ਇਹ ਕੁਐਸਚਨ ਵੀ ਆਉਂਦਾ ਕਿ ਸਾਡੀ ਇਹ ਦੁਗਲੀ ਨਹੀਂ ਹੈ, ਸਿੰਗਲ ਵਿਧਾਨ ਸਭਾ ਹੈ, ਇਹ ਦੁਗਲੀ ਵਿਧਾਨ ਸਭਾ ਹੈ। ਤੁਸੀਂ ਕਹਿਣਾ ਦੁਗਲੀ ਵਿਧਾਨ ਸਭਾ ਹੈ, ਮਤਲਬ ਬਾਈ ਕੈਮਰਲ ਗਵਰਨਮੈਂਟ, ਬਾਈ ਕੈਮਰਲ ਜਿਹੜੀ ਵਿਧਾਨ ਸਭਾ ਹੈ, ਨਾ ਕਿ ਯੂਨੀ ਕੈਮਰਲ। ਯੂਨੀ ਦਾ ਮੀਨਸ ਹੁੰਦਾ ਇੱਕ, ਬਾਈ ਦਾ ਮੀਨਸ ਹੁੰਦਾ ਦੋ। ਆਪਾਂ ਬਚਪਨ ਤੋਂ ਪੜ੍ਹਦੇ ਆ ਰਹੇ ਹਾਂ ਚੀਜ਼ਾਂ ਨੂੰ। ਪੰਜਵਾਂ ਆਪਾਂ ਪੜ੍ਹਨ ਜਾ ਰਹੇ ਹਾਂ ਪੁਆਇੰਟ, ਇੱਕੋ ਨਾਗਰਿਕਤਾ। ਆਪਾਂ ਦੇਖਦੇ ਹਾਂ ਕੋਈ ਕੈਨੇਡਾ ਦੇ ਪੀਆਰ ਲੈ ਲੈਂਦਾ ਤਾਂ ਉਹਦੀ ਜਿਹੜੀ ਹਿੰਦੁਸਤਾਨ ਦੀ ਨਾਗਰਿਕਤਾ ਉਹ ਖਤਮ ਹੋ ਜਾਂਦੀ ਹੈ। ਐਵੇਂ ਕਿਉਂ ਹੁੰਦਾ? ਕਿਉਂਕਿ ਹਿੰਦੁਸਤਾਨ ਦੇ ਵਿੱਚ ਇੱਕੋ ਨਾਗਰਿਕਤਾ ਦਾ ਰੂਲ ਹੈ ਵੀ ਇੱਕ ਟਾਈਮ ਤੇ ਇੱਕੋ ਹੀ ਦੇਸ਼ ਦਾ ਬੰਦਾ ਨਾਗਰਿਕ ਰਹਿ ਸਕਦਾ। ਜੋ ਹਿੰਦੁਸਤਾਨ ਦਾ ਤਾਂ ਹਿੰਦੁਸਤਾਨ ਦਾ ਹੀ ਰਹੇਗਾ, ਜੇ ਉਹ ਯੂਕੇ ਦਾ ਤਾਂ ਯੂਕੇ ਦਾ ਹੀ ਰਹੇਗਾ, ਜੇ ਉਹ ਕੈਨੇਡਾ ਦਾ ਤਾਂ ਕੈਨੇਡਾ ਦਾ ਹੀ ਰਹੇਗਾ। ਜੋ ਕੈਨੇਡਾ ਦੀ ਪੀਆਰ ਲੈ ਲੈਂਦਾ ਤਾਂ ਜਿਹੜੀ ਉਹਦੀ ਹਿੰਦੁਸਤਾਨ ਦੀ ਜਿਹੜੀ ਉਹਦੀ ਨਾਗਰਿਕਤਾ ਹੈ ਅਸੀਂ ਕੈਂਸਲ ਕਰ ਦਾਂਗੇ। ਇਹ ਆਟੋਮੈਟਿਕਲੀ ਹੋ ਜਾਂਦਾ ਜਦੋਂ ਹੀ ਬੰਦਾ ਜਿਹੜੀ ਦੂਜੀ ਪੀਆਰ ਲੈ ਲੈਂਦਾ। ਤਾਂ ਇੱਕੋ ਨਾਗਰਿਕਤਾ ਵੀ ਕਿੱਥੋਂ ਆਪਾਂ ਲਿੱਤੀ ਸੀ? ਯੂਕੇ ਤੋਂ ਲਿੱਤੀ ਸੀ। ਠੀਕ ਹੈ, ਇਹ ਯੂਕੇ ਦੇ 5 ਪੁਆਇੰਟ ਹੋ ਚੁੱਕੇ ਆ। 6ਵਾਂ ਪੁਆਇੰਟ ਹੈਗਾ ਕੈਗ ਆਫੀਸਰ। ਕੈਗ ਇਹਨੂੰ ਤੁਸੀਂ ਐਵੇਂ ਯਾਦ ਕਰਨਾ ਬਿਕੋਜ਼ ਆਪਾਂ ਹਜੇ ਕੈਗ ਬਾਰੇ ਪੜਿਆ ਨਹੀਂ ਹੈ। ਮੈਨੂੰ ਪਤਾ ਕੁਝ ਚੀਜ਼ਾਂ ਤੁਹਾਨੂੰ ਔਖੀਆਂ ਲੱਗ ਸਕਦੀਆਂ ਉਰੇ, ਬਿਕੋਜ਼ ਆਪਾਂ ਕੁਝ ਨਹੀਂ ਪੜਿਆ ਇਹਨਾਂ ਵਿੱਚੋਂ, ਆਪਾਂ ਬਚਪਨ ਤੋਂ ਨਹੀਂ ਪੜਦੇ ਆ ਰਹੇ ਚੀਜ਼ਾਂ ਨੂੰ। ਇਹ ਔਖੀਆਂ ਲੱਗਣਗੀਆਂ, ਥੋੜਾ ਜਿਹਾ ਬੋਰਿੰਗ ਲੱਗੇਗਾ। 10 ਦਿਨ 15 ਦਿਨ ਬੋਰਿੰਗ ਲੱਗੇਗਾ, ਪਰ ਜੇ ਤੁਸੀਂ ਚਾਹੁੰਦੇ ਹੋ ਪੰਜਾਬ ਪੁਲਿਸ ਦੀ ਵਰਦੀ ਪਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਹ ਚੀਜ਼ਾਂ ਨੂੰ ਕੁਝ ਸਮਾਂ ਆਪਣੀ ਜ਼ਿੰਦਗੀ ਦਾ ਦੇਣਾ ਪਊਗਾ। ਮੈਂ ਤੁਹਾਨੂੰ ਗਾਰੰਟੀ ਦੇਣਾ ਇਹਨਾਂ ਵਿੱਚੋਂ ਬਾਹਰ ਕੁਝ ਨਹੀਂ ਆਊਗਾ। ਬਸ ਤੁਸੀਂ ਇਹਨਾਂ ਦੇ ਨੋਟਸ ਬਣਾਉਣੇ ਆ, ਇਹਨਾਂ ਨੂੰ ਡੇਲੀ ਰਿਵਾਈਜ਼ ਕਰਨਾ ਹੈ। ਤੁਹਾਨੂੰ ਇੱਕ ਨਾ ਦਿਨ 10-15 ਦਿਨ ਦੇ ਵਿੱਚ ਇਹ ਸਭ ਕੁਝ ਯਾਦ ਹੋ ਜਾਊਗਾ। ਤੇ ਤੁਹਾਡੀ ਇਹ ਜੀਕੇ ਐਸੀ ਜੀਕੇ ਤਿਆਰ ਹੋ ਜਾਊਗੀ ਜੋ ਤੁਹਾਨੂੰ ਸਿਰਫ ਪੰਜਾਬ ਪੁਲਿਸ ਹੀ ਨਹੀਂ ਹਰ ਪੇਪਰ ਦੇ ਵਿੱਚ ਕੰਮ ਆਊਗੀ। ਠੀਕ ਹੈ ਜੀ। ਆਪਾਂ ਕੈਗ ਆਫੀਸਰ ਦੀ ਗੱਲ ਕਰਦੇ ਹਾਂ। ਆਪਾਂ ਹੁਣ ਸੁਣਦੇ ਆਨੇ ਆ ਘੁਟਾਲਾ ਹੋ ਗਿਆ ਜੀ। ਉਹ ਘੁਟਾਲਿਆਂ ਬਾਰੇ ਦੱਸਦਾ ਕੌਣ ਹੈ? ਕੈਗ ਆਫੀਸਰ ਦੀ ਫੁੱਲ ਫਾਰਮ ਵੀ ਜਾਣ ਲੈਂਦੇ ਆ। ਕੰਟਰੋਲਰ ਆਡੀਟਰ ਜਨਰਲ। ਕੀ ਕਹਿੰਦੇ ਆ ਇਹਨੂੰ? ਕੰਟਰੋਲਰ ਆਡੀਟਰ ਜਨਰਲ, ਜਿਹੜਾ ਆਡਿਟ ਕਰਦਾ ਸਾਰਾ ਕੁਝ। ਜੇ ਕੋਈ ਇੱਕ ਸਰਕਾਰ ਹੈ ਉਹ ਕਰਪਸ਼ਨ ਤਾਂ ਨਹੀਂ ਕਰ ਰਹੀ, ਵੀ ਜੇ ਜਨਤਾ ਦਾ ਪੈਸਾ ਹੈ ਉਹ ਖਰਾਬ ਤਾਂ ਨਹੀਂ ਕਰ ਰਹੀ, ਇਹ ਚੀਜ਼ ਸਾਰੀ ਜਿਹੜਾ ਚੈੱਕ ਕਰਦਾ ਉਹ ਕੈਗ ਆਫੀਸਰ ਚੈੱਕ ਕਰਦਾ। ਤੇ ਜਿਹੜਾ ਕੈਗ ਦਾ ਆਫਿਸ ਹੈ ਇਹ ਵੀ ਕਿੱਥੋਂ ਲਿੱਤਾ ਗਿਆ ਸੀ? ਯੂਕੇ ਤੋਂ ਲਿੱਤਾ ਗਿਆ ਸੀ। ਇਹ ਯੂਕੇ ਦੇ ਜਿਹੜੇ ਸਾਰੇ ਸਿਸਟਮ ਸੀ ਨਾ ਅਸੀਂ ਅਡਾਪਟ ਕਰ ਲਏ ਸੀ ਤਾਂ ਕਿ ਜਿਹੜਾ ਸਾਡਾ ਸੰਵਿਧਾਨ ਹੈ ਉਹ ਬੈਸਟ ਤੋਂ ਬੈਸਟ ਬਣ ਸਕੇ। ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਰਿਟ ਦੀ। ਰਿਟ ਤੁਸੀਂ ਹਜੇ ਸਿਰਫ ਰਿਟ ਨੂੰ ਐਵੇਂ ਯਾਦ ਕਰ ਲਓ ਜਿਵੇਂ ਆਪਾਂ ਇੱਕ ਪ੍ਰਾਵਧਾਨ ਪੜ੍ਹਦੇ ਆ, ਜੇ ਕੋਈ ਬੰਦੇ ਨੂੰ ਅਰੈਸਟ ਕਰਦੇ ਆ ਤਾਂ 24 ਘੰਟੇ ਦੇ ਵਿੱਚ ਉਸ ਨੂੰ ਆਪਾਂ ਮੈਜਿਸਟ੍ਰੇਟ ਕੋਲ ਪੇਸ਼ ਕਰਨਾ ਹੁੰਦਾ। ਤਾਂ ਇਹ ਵੀ ਕਿਹਦਾ ਪਾਰਟ ਦਾ? ਰਿਟ ਦਾ। ਆਪਾਂ 5 ਰਿਟ ਪੜਾਂਗੇ ਅੱਗੇ ਜਾ ਕੇ। ਜਿਹੜਾ ਆਪਣੀ ਅੱਜ ਦੀ ਕਲਾਸ ਹੋਈ, ਕੱਲ ਦੀ ਕਲਾਸ ਦੇ ਵਿੱਚ ਆਪਾਂ 5 ਰਿਟ ਪੜਾਂਗੇ। ਠੀਕ ਹੈ ਨਾ? ਇਹ ਤੁਹਾਨੂੰ ਕਲੈਰਿਟੀ ਹੋ ਜਾਏਗੀ ਰਿਟ ਕੀ ਹੁੰਦੇ ਆ। ਪਰ ਤੁਸੀਂ ਇਹ ਯਾਦ ਰੱਖ ਲਿਓ ਜਿਹੜੇ ਰਿਟ ਹੈ ਉਹ ਆਪਾਂ ਯੂਕੇ ਤੋਂ ਲਿੱਤੇ ਸੀ। ਠੀਕ ਹੈ ਜੀ, ਰਿਟ ਯੂਕੇ ਤੋਂ ਲਿੱਤੇ ਸੀ। ਆਪਾਂ ਕੱਲ 5 ਰਿਟ ਪੜਾਂਗੇ। ਇਹ 5 ਰਿਟ ਦਾ ਵੀ ਕੁਐਸਚਨ ਆਉਂਦਾ ਹੈ ਕਿੰਨੇ ਰਿਟ ਹੈ ਸਾਡੇ ਸੰਵਿਧਾਨ ਦੇ ਵਿੱਚ, ਤਾਂ 5 ਰਿਟ ਦਿੱਤੇ ਗਏ ਸਾਨੂੰ। 8ਵਾਂ ਤੇ ਆਖਰੀ ਜਿਹੜਾ ਯੂਕੇ ਤੋਂ ਲਿੱਤਾ ਗਿਆ ਸੀਗਾ ਕਾਨੂੰਨ ਬਣਾਉਣ ਦੀ ਪ੍ਰਕਿਰਿਆ, ਪ੍ਰੋਸੀਜਰ ਆਫ ਮੇਕਿੰਗ ਲਾਜ਼। ਵੀ ਕੀ ਤਰੀਕੇ ਅਪਣਾਏ ਜਾਂਦੇ ਆ ਕਿਸੇ ਲਾਅ ਨੂੰ, ਕਿਸੇ ਕਾਨੂੰਨ ਨੂੰ ਦੇਸ਼ ਦੇ ਵਿੱਚ ਪਾਸ ਕਰਾਉਣ ਲਈ, ਪੇਸ਼ ਕਰਨ ਲਈ। ਵੀ ਜਦ ਪਹਿਲਾਂ ਕਾਨੂੰਨ ਬਣਾਵਾਂਗੇ ਉਹ ਤਾਂ ਹੀ ਪਾਸ ਕਰਾਇਆ ਜਾਏਗਾ ਆਪਣੇ ਵਿਧਾਨ ਸਭਾ ਤੋਂ। ਆਪਣੇ 2 ਵਿਧਾਨ ਸਭਾ, ਆਪਣੇ ਰਾਜ ਸਭਾ, ਲੋਕ ਸਭਾ। ਪਰ ਉਹ ਪਹਿਲਾਂ ਕਾਨੂੰਨ ਜਿਹੜਾ ਬਣਾਉਣ ਦੀ ਪ੍ਰਕਿਰਿਆ ਵੀ ਤਾਂ ਹੋਊਗੀ ਕੋਈ, ਪਹਿਲਾਂ ਕੋਈ ਪ੍ਰੋਸੀਜਰ ਫੋਲੋ ਕਰਦੇ ਹੋਵਾਂਗੇ ਆਪਾਂ। ਉਸ ਪ੍ਰੋਸੀਜਰ ਨੂੰ ਫੋਲੋ ਕਰਕੇ ਉਹ ਫਿਰ ਪਾਸ ਕੀਤਾ ਜਾਂਦਾ ਹੈ ਵੀ ਵਿਧਾਨ ਸਭਾ ਦੇ ਵਿੱਚ।
ਤਾਂ ਇਹ ਜਿਹੜਾ ਪ੍ਰੋਸੀਜਰ ਦੀ ਪ੍ਰਕਿਰਿਆ ਵੀ ਹੈ, ਪ੍ਰਕਿਰਿਆ ਵੀ ਜਿਹੜੀ ਆਪਾਂ ਲਿੱਤੀ ਗਈ ਆ ਉਹ ਵੀ ਯੂਕੇ ਤੋਂ ਲਿੱਤੀ ਗਈ ਹੈ। ਇਹ 8 ਚੀਜ਼ਾਂ ਯੂਕੇ ਤੋਂ ਲਿੱਤੀਆਂ ਗਈਆਂ। ਆਪਾਂ ਸਭ ਤੋਂ ਜ਼ਿਆਦਾ ਜਿਹੜਾ ਆਪਾਂ ਕਹਿੰਦੇ ਆ ਨਾ ਯੂਕੇ ਤੋਂ ਹੀ ਲਿੱਤਾ ਗਿਆ। ਤੇ ਆਪਾਂ ਨੂੰ ਇੱਕ ਵਾਰੀ ਕੁਐਸਚਨ ਇਹ ਵੀ ਹੁੰਦਾ ਹੈ, ਸਭ ਤੋਂ ਵੱਡਾ ਸਰੋਤ ਕਿਹੜਾ ਹੈ? ਸਭ ਤੋਂ ਵੱਡਾ ਸਰੋਤ ਕਿਹੜਾ ਹੈ? ਆਪਾਂ ਲਿਖਦੇ ਆ ਸਭ ਤੋਂ ਵੱਡਾ ਜਿਹੜਾ ਸੋਰਸ ਕਿਹੜਾ ਹੈ ਆਪਣੇ ਹਿੰਦੁਸਤਾਨ ਦੇ ਕਨਸਟੀਟਿਊਸ਼ਨ ਦਾ ਸਭ ਤੋਂ ਵੱਡਾ ਸਰੋਤ। ਜਿਹੜਾ ਸਭ ਤੋਂ ਵੱਡਾ ਸਰੋਤ ਹੈ ਨਾ, ਮੈਂ ਉਰੇ ਲਿਖ ਰਿਹਾ ਹਾਂ The Government of India Act 1935। ਤੁਸੀਂ ਇਸ ਨੂੰ ਨੋਟ ਕਰ ਲੈਣਾ ਹੈ। The Government of India Act 1935 ਸਭ ਤੋਂ ਵੱਡਾ ਸਰੋਤ ਮੰਨਿਆ ਜਾਂਦਾ ਹੈ ਵੀ ਸਭ ਤੋਂ ਜ਼ਿਆਦਾ ਜਿਹੜੀ ਚੀਜ਼ਾਂ ਆਪਾਂ ਲਿੱਤੀਆਂ ਸੀ, ਸੋਰਸ ਲਿੱਤੇ ਸੀਗੇ The Government of India Act 1935 ਚੋਂ ਲਿੱਤੇ ਸੀਗੇ। ਇਹ ਸਭ ਤੋਂ ਵੱਡਾ ਸਰੋਤ ਹੈ। ਸਭ ਤੋਂ ਵੱਡਾ ਸਰੋਤ ਇਹ ਹੈ। ਉਸ ਤੋਂ ਬਾਅਦ ਆਹ ਸਾਰੀਆਂ ਕੰਟਰੀਜ਼ ਹੈ। ਪੇਪਰ ਦੇ ਵਿੱਚ ਸਿੱਧਾ ਸਿੱਧਾ ਕੁਐਸਚਨ ਆਉਂਦਾ ਵੀ ਸਭ ਤੋਂ ਵੱਡਾ ਸਰੋਤ ਦੱਸੋ, ਸਭ ਤੋਂ ਵੱਡਾ ਸੋਰਸ ਦੱਸੋ ਆਪਣੇ ਕਨਸਟੀਟਿਊਸ਼ਨ ਦਾ। ਤਾਂ ਸਭ ਤੋਂ ਵੱਡਾ ਜਿਹੜਾ ਸੋਰਸ ਹੈ ਉਹ ਗਵਰਨਮੈਂਟ ਆਫ ਇੰਡੀਆ ਐਕਟ 1935 ਹੈ। ਠੀਕ ਹੈ ਜੀ। ਬਾਕੀ ਸਪੀਡ ਮੈਂ ਕਾਫੀ ਸਲੋ ਰੱਖੀ ਹੈ। ਹੁਣ ਆਪਾਂ ਯੂਕੇ ਬਾਰੇ 8 ਚੀਜ਼ਾਂ ਪੜ੍ਹੀਆਂ, ਇੱਕ ਸਰੋਤ ਪੜ੍ਹਿਆ ਸਭ ਤੋਂ ਵੱਡਾ ਸਰੋਤ। ਆਪਾਂ ਹੁਣ ਅਗਲੀ ਕੰਟਰੀ ਦੀ ਗੱਲ ਕਰਾਂਗੇ, ਰੂਸ ਦੀ। ਰੂਸ, ਰਸ਼ੀਆ ਵੀ ਆਪਾਂ ਤੁਹਾਨੂੰ ਸੁਣਦੇ ਹੁੰਦੇ ਆ। ਰਸ਼ੀਆ, ਰੂਸ ਤੇ USSR ਵੀ ਕਹਿੰਦੇ ਸੀ ਇਹਨੂੰ। ਤਿੰਨੋਂ ਨਾਮ ਇਸੇ ਦੇ ਆ, ਰੂਸ, ਰਸ਼ੀਆ, USSR। ਤੁਹਾਨੂੰ ਪੇਪਰ ਦੇ ਵਿੱਚ ਤਿੰਨਾਂ ਚੋਂ ਕੋਈ ਵੀ ਨਾਮ ਪੁੱਛ ਸਕਦਾ ਹੈ। ਠੀਕ ਹੈ ਜੀ। ਬੁਨਿਆਦੀ ਫਰਜ਼ ਯਾਨੀ ਕਿ ਫੰਡਾਮੈਂਟਲ ਡਿਊਟੀਜ਼। ਹੁਣ ਸਾਡਾ ਸੰਵਿਧਾਨ ਹੈ, ਉਸ ਸੰਵਿਧਾਨ ਦੇ ਵਿੱਚ ਸਾਡੀਆਂ ਕੋਈ ਡਿਊਟੀਆਂ ਵੀ ਬਣਦੀਆਂ। ਸਾਡਾ ਕੋਈ ਦੇਸ਼ ਦੇ ਪ੍ਰਤੀ ਸਾਡਾ ਵੀ ਕੁਝ ਕੰਮ ਬਣਦਾ ਵੀ ਅਸੀਂ ਵੀ ਦੇਸ਼ ਨੂੰ ਸਾਫ਼ ਰੱਖੀਏ, ਸੁਥਰਾ ਰੱਖੀਏ, ਦੇਸ਼ ਦੇ ਬਾਰੇ ਅਸੀਂ ਵੀ ਕੁਝ ਸੋਚੀਏ। ਸਾਡਾ ਵੀ ਤਾਂ ਕੋਈ ਫਰਜ਼ ਬਣਦਾ ਨਾ। ਜਿਹੜੇ ਉਹ ਫਰਜ਼ ਹੈ, ਬੁਨਿਆਦੀ ਜਿਹੜੇ ਸਾਡੇ ਫਰਜ਼ ਹੈ, ਉਹ ਰੂਸ ਤੋਂ ਲਿੱਤੇ ਗਏ ਸੀ ਵੀ ਰੂਸ ਦੇ ਵਿੱਚ ਵੀ ਫਰਜ਼ ਹੁੰਦੇ ਆ। ਆਪਾਂ ਰੂਸ ਤੋਂ ਇਹ ਚੀਜ਼ ਨੂੰ ਅਡਾਪਟ ਕਰ ਲਿਆ ਵੀ ਸਾਡੇ ਵੀ ਫਰਜ਼ ਹੋਣੇ ਚਾਹੀਦੇ। ਤੇ ਪੇਪਰ ਦੇ ਵਿੱਚ ਗੌਰ ਸੇ ਪੁੱਛਦਾ ਜਿਹੜੇ ਸਾਡੇ ਫਰਜ਼ ਹੈ ਉਹ ਕਿੰਨੇ ਫਰਜ਼ ਹੈ? ਸਾਡੇ ਜਿਹੜੇ ਸਾਡੇ ਸੰਵਿਧਾਨ ਦੇ ਵਿੱਚ ਫਰਜ਼ ਲਿਖੇ ਗਏ ਉਹ 11 ਫਰਜ਼ ਹੈ। 11 ਫੰਡਾਮੈਂਟਲ ਡਿਊਟੀਜ਼ ਹੈ। ਆਪਣੇ ਸੰਵਿਧਾਨ ਦੇ ਵਿੱਚ 11 ਫੰਡਾਮੈਂਟਲ ਡਿਊਟੀਜ਼ ਹੈ, ਬੁਨਿਆਦੀ ਫਰਜ਼ ਹੈ ਜਿਹੜੇ ਸਾਨੂੰ ਆਪਣੇ ਦੇਸ਼ ਨੂੰ ਵਧੀਆ ਕਰਨ ਲਈ ਸਾਨੂੰ ਜ਼ਰੂਰੀ ਹੁੰਦੇ ਆ। ਸਾਨੂੰ ਜਿਹੜੇ ਆਪਣੇ ਫਰਜ਼ ਹੈ ਇਹ ਸਾਨੂੰ ਨਿਭਾਉਣੇ ਚਾਹੀਦੇ ਆ ਤਾਂ ਕਿ ਸਾਡਾ ਦੇਸ਼ ਜਿਹੜਾ ਹੈ ਉਹ ਵਧੀਆ ਤਰੱਕੀ ਕਰ ਸਕੇ ਤੇ ਵਧੀਆ ਰਾਹ ਚੱਲ ਸਕੇ। ਬੁਨਿਆਦੀ ਫਰਜ਼ ਰੂਸ ਤੋਂ ਲਿੱਤੇ ਸੀਗੇ ਤੇ 11 ਫਰਜ਼ ਹੈ ਤੇ ਬੁਨਿਆਦੀ ਫਰਜ਼ ਰੂਸ ਤੋਂ ਲਿੱਤੇ ਸੀ। ਆਪਾਂ ਯਾਦ ਰੱਖਣਾ ਫੰਡਾਮੈਂਟਲ ਡਿਊਟੀਜ਼ ਕਹਿੰਦੇ ਆ ਇੰਗਲਿਸ਼ ਦੇ ਵਿੱਚ। ਆਪਾਂ ਦੋ ਪੜ੍ਹ ਚੁੱਕੇ ਆ, ਯੂਕੇ ਤੇ ਰੂਸ। ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਕਰਾਂਗੇ ਆਇਰਲੈਂਡ ਦੀ ਗੱਲ। ਆਇਰਲੈਂਡ ਆਪਣੀ ਕੰਟਰੀ ਹੈ। ਠੀਕ ਹੈ ਜੀ। ਆਇਰਲੈਂਡ ਦੀ ਕੰਟਰੀ ਤੋਂ ਆਪਾਂ ਕੀ ਲਿੱਤਾ ਸੀਗਾ? ਇਹਦੇ ਲਈ ਤੁਹਾਨੂੰ ਮੈਂ ਇੱਕ ਟ੍ਰਿਕ ਦੇ ਦਾਂਗਾ ਛੋਟੀ ਜੀ। ਉਹ ਟ੍ਰਿਕ ਤੁਹਾਨੂੰ ਕਾਫੀ ਯਾਦ ਰਹੂਗੀ ਤੇ ਕਾਫੀ ਕਾਰਗਰ ਵੀ ਤੁਹਾਨੂੰ ਮੈਨੂੰ ਲੱਗਦਾ ਤੁਹਾਨੂੰ ਸਮਝ ਆ ਜਾਊਗੀ। ਆਇਰਲੈਂਡ ਦੀ ਗੱਲ ਕਰਦੇ ਆ। ਆਇਰਲੈਂਡ ਦੀ ਕੰਟਰੀ ਤੋਂ ਆਪਾਂ ਲਿੱਤਾ ਸੀ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ। ਇਹਨਾਂ ਨੂੰ ਇੰਗਲਿਸ਼ ਆਪਾਂ ਕਹਿੰਦੇ ਆ ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪਾਲਿਸੀ। ਜਿਹੜੇ ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪਾਲਿਸੀ ਜਿਹੜੇ ਰਾਜ ਦੀ ਨੀਤੀ ਦੇ ਜਿਹੜੇ ਨਿਰਦੇਸ਼ਕ ਸਿਧਾਂਤ ਹੈ ਨਾ, ਇਹ ਸਾਨੂੰ ਦੱਸਦੇ ਆ ਵੀ ਸਰਕਾਰ ਦੇ ਪ੍ਰਿੰਸੀਪਲਸ ਕੀ ਹੈ, ਸਰਕਾਰ ਕਿਹਨਾਂ ਚੀਜ਼ਾਂ ਉੱਪਰ ਕੰਮ ਕਰਨਾ ਚਾਹੁੰਦੀ ਹੈ। ਜਿਵੇਂ ਕਿ ਆਪਾਂ ਕਹਿੰਦੇ ਆ ਲੇਬਰ ਨਹੀਂ ਕਰਾਣੀ ਚਾਹੀਦੀ ਬੱਚਿਆਂ ਤੋਂ, ਚਾਈਲਡ ਲੇਬਰ ਨਹੀਂ ਹੋਣੀ ਚਾਹੀਦੀ, ਬੱਚਿਆਂ ਦੀ ਜਿਹੜੇ ਟ੍ਰੈਫਿਕਿੰਗ ਨਹੀਂ ਹੋਣੀ ਚਾਹੀਦੀ। ਠੀਕ ਹੈ ਜੀ। ਉਹ ਸਭ ਕੁਝ ਇਹਦੇ ਵਿੱਚ ਆਉਂਦਾ। ਰਾਈਟ ਟੂ ਵਰਕ ਆਪਾਂ ਜਿਹਨੂੰ ਕਹਿੰਦੇ ਆ ਵੀ ਲੇਬਰ ਨੂੰ ਸਹੀ ਤਨਖਾਹ ਮਿਲੇ, ਉਹ ਸਾਰਾ ਕੁਝ ਜਿਹੜਾ ਡਾਇਰੈਕਟਿਵ ਪ੍ਰਿੰਸੀਪਲ ਦੇ ਵਿੱਚ ਆਉਂਦਾ ਵੀ ਜਿਹੜੀ ਸਰਕਾਰ ਹੈ ਉਹ ਕਿਹੜੇ ਸਿਧਾਂਤਾਂ ਦੇ ਉੱਪਰ ਕੰਮ ਕਰਨਗੀਆਂ। ਉਹ ਜਿਹੜਾ ਸਾਰਾ ਕੁਝ ਹੈ ਉਹ ਡਾਇਰੈਕਟਿਵ ਪ੍ਰਿੰਸੀਪਲ 'ਚ ਲਿਖਿਆ ਗਿਆ। ਤੇ ਡਾਇਰੈਕਟਿਵ ਪ੍ਰਿੰਸੀਪਲ ਆਪਾਂ ਆਇਰਲੈਂਡ ਤੋਂ ਦਿੱਤੇ ਸੀਗੇ। ਇਹਦਾ ਯਾਦ ਕਰਨ ਦੀ ਛੋਟੀ ਜਿਹੀ ਟ੍ਰਿਕ ਦੇ ਦੇਣਾ। ਇਹਨੂੰ ਆਪਾਂ ਕਹਿੰਦੇ ਇਹਦੀ ਆਪਾਂ ਸ਼ਾਰਟ ਫਾਰਮ ਬਣਾ ਲੈਣਾ DPSP। ਠੀਕ ਹੈ ਜੀ। DPSP ਦੀ ਫੁੱਲ ਫਾਰਮ ਸ਼ਾਰਟ ਫਾਰਮ ਬਣ ਗਈ। ਠੀਕ ਹੈ ਜੀ। ਆਪਾਂ DPSP ਦੀ ਸ਼ਾਰਟ ਫਾਰਮ ਬਣਾ ਲਈ। ਠੀਕ ਹੈ ਜੀ। DP ਦੀ ਤੁਸੀਂ ਇੱਥੋਂ ਹੀ DSP ਯਾਦ ਕਰ ਲਓ। DSP ਡਾਇਰੈਕਟਿਵ ਪ੍ਰਿੰਸੀਪਲ ਤੁਸੀਂ ਥੋੜਾ ਯਾਦ ਕਰ ਲਿਓ। ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਵੀ DSP ਸਾਹਿਬ ਜਿਹੜੇ ਹੈ ਆਪਾਂ ਐਵੇਂ ਯਾਦ ਕਰਦੇ ਹਾਂ। ਜਿਹੜੇ DSP ਸਾਹਿਬ ਹੈ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਹੈ, ਆਪਾਂ ਕਿੱਥੇ ਦੇ DSP ਸਾਹਿਬ ਕਿੱਥੋਂ ਟ੍ਰੇਨਿੰਗ ਲੈ ਕੇ ਆਏ ਤਾਂ ਆਇਰਲੈਂਡ ਤੋਂ ਟ੍ਰੇਨਿੰਗ ਲੈ ਕੇ ਆਏ। ਇਹ ਛੋਟੀ ਜਿਹੀ ਟ੍ਰਿਕ ਹੈ, ਆਪਾਂ ਨੂੰ ਯਾਦ ਰਹੂਗਾ ਬਿਕੋਜ਼ ਆਪਾਂ ਪੰਜਾਬ ਪੁਲਿਸ ਦੀ ਤਿਆਰੀ ਕਰ ਰਹੇ ਹਾਂ। ਆਪਾਂ ਨੂੰ ਪਤਾ DSP ਸਾਹਿਬ ਹੁੰਦੇ ਆ, SP ਸਾਹਿਬ ਹੁੰਦੇ ਆ। ਉਸੇ ਤਰੀਕੇ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਦੇ ਅੰਦਰ DPSP ਨੂੰ ਆਪਾਂ ਯਾਦ ਕਰਨਾ ਕਿਵੇਂ? DPSP ਨੂੰ ਯਾਦ ਕਰਨਾ ਕਿਵੇਂ? DSP ਦੇ ਨਾਲ ਵੀ DSP ਸਾਹਿਬ ਜਿਹੜੇ ਟ੍ਰੇਨਿੰਗ ਲੈ ਕੇ ਆਏ ਆ ਕਿੱਥੋਂ ਵੀ ਲੈ ਕੇ ਆਏ ਆ? ਆਇਰਲੈਂਡ ਤੋਂ। ਆਪਾਂ 3 ਦੇਸ਼ਾਂ ਦੀ ਗੱਲ ਕਰ ਲਈਏ, ਯੂਕੇ ਦੀ, USSR ਰਸ਼ੀਆ ਦੀ। ਠੀਕ ਹੈ ਜੀ। ਦੋਵੇਂ ਇੱਕੋ ਨਾਮ ਹੈ। ਉਸ ਤੋਂ ਬਾਅਦ ਆਇਰਲੈਂਡ ਦੀ। 3 ਦੇਸ਼ਾਂ ਦੀ ਆਪਾਂ ਗੱਲ ਕਰ ਲਈ ਹੈ। ਆਪਾਂ ਹੁਣ ਚੌਥੀ ਗੱਲ ਕਰਨ ਜਾ ਰਹੇ ਹਾਂ ਦੱਖਣੀ ਅਫਰੀਕਾ। ਸਾਊਥ ਅਫਰੀਕਾ ਦੀ ਆਪਾਂ ਇਹਨੂੰ ਕਹਿੰਦੇ ਆ। ਸਾਊਥ ਅਫਰੀਕਾ, ਦੱਖਣੀ ਅਫਰੀਕਾ, ਤੁਸੀਂ ਕਾਫੀ ਵਾਰ ਨਾਮ ਸੁਣਿਆ ਹੋਊਗਾ। ਕ੍ਰਿਕਟ ਦੇ ਵਿੱਚ ਵੀ ਇੱਕ ਟੀਮ ਹੈਗੀ ਆ ਉਹਦੀ।
ठीक है जी। ਉੱਥੋਂ ਦੀ ਆਪਾਂ ਕੀ ਅਡਾਪਟ ਕੀਤਾ ਸੀ, ਸੰਵਿਧਾਨ ਦੇ ਵਿੱਚ ਸੋਧ। ਹੁਣ ਆਪਾਂ ਕਿਸਾਨੀ ਅੰਦੋਲਨ ਦੀ ਗੱਲ ਕਰਦੇ ਆ, ਸਰਕਾਰ ਨੇ ਕਹਿੰਦੀ ਸੋਧ ਕਰਾ ਲਓ। ਇਹ ਸੋਧ ਕਰਾਉਣ ਦੀ ਜਿਹੜੀ ਸ਼ਕਤੀ ਆਪਾਂ ਕਿੱਥੋਂ ਲਿੱਤੀ ਸੀਗੀ, ਵੀ ਆਪਾਂ ਸੋਧ ਕਰ ਸਕਦੇ ਹਾਂ। ਸੋਧ ਦਾ ਮਤਲਬ ਹੁੰਦਾ ਆਪਾਂ ਸਹੀ ਕਰ ਸਕਦੇ ਹਾਂ, ਉਹਨੂੰ ਮੋਡੀਫਾਈ ਕਰ ਸਕਦੇ ਹਾਂ ਟਾਈਮ ਦੇ ਨਾਲ। ਜੇ ਕੁਝ ਸਾਡੇ ਤੋਂ ਪਹਿਲਾਂ ਗਲਤੀ ਹੋ ਗਈ ਆਪਾਂ ਉਸਨੂੰ ਸੋਧ ਕਰਕੇ ਸਹੀ ਕਰ ਸਕਦੇ ਹਾਂ। ਤੇ ਜਿਹੜੀ ਸੋਧਾਂ ਦੀ ਸ਼ਕਤੀ ਹੈ, ਅਮੈਂਡਮੈਂਟ ਹੈ ਨੇ ਆਪਾਂ ਨੂੰ ਅੰਗਰੇਜ਼ੀ ਦੇ ਵਿੱਚ, ਇਹ ਸ਼ਕਤੀ ਕਿੱਥੋਂ ਲਿੱਤੀ ਗਈ ਸੀਗੀ, ਤਾਂ ਇਹ ਸਾਊਥ ਅਫਰੀਕਾ ਦੇ ਕਨਸਟੀਟਿਊਸ਼ਨ ਤੋਂ ਜਿਹੜੀ ਹੈ ਸੋਧਾਂ ਦੀ ਸ਼ਕਤੀ ਲਿੱਤੀ ਗਈ ਸੀਗੀ। ਬਹੁਤ ਇੰਪੋਰਟੈਂਟ ਹੈ, ਆਪਣੇ ਜੀਵਨ ਦੇ ਵਿੱਚ ਚੱਲ ਵੀ ਰਿਹਾ ਹੈ। ਹੁਣ ਆਪਾਂ ਰੋਜ਼ ਦੇਖਦੇ ਹਾਂ ਸੋਧਾਂ ਦੀ ਗੱਲ ਹੁੰਦੀ ਹੈ ਤਾਂ ਆਪਾਂ ਨੂੰ ਇਹ ਯਾਦ ਰਹਿੰਦਾ, ਕੋਈ ਵੱਡੀ ਗੱਲ ਨਹੀਂ ਹੈ। ਸਾਊਥ ਅਫਰੀਕਾ ਤੋਂ ਸੋਧਾਂ ਦੀ ਗੱਲ ਕੀਤੀ ਸੀਗੀ, ਠੀਕ ਹੈ ਜੀ। 4 ਦੇਸ਼ ਹੋ ਚੁੱਕੇ ਆ, ਸੋਧਾਂ ਦੀ ਗੱਲ ਸਾਊਥ ਅਫਰੀਕਾ ਤੋਂ ਕੀਤੀ ਸੀ। 4 ਦੇਸ਼ ਹੋ ਚੁੱਕੇ ਆ। ਆਪਾਂ ਪੰਜਵੀਂ ਗੱਲ ਕਰਦੇ ਹਾਂ ਫਰਾਂਸ ਦੀ। ਜਿਹੜੀ ਫਰਾਂਸ ਦੀ ਕੰਟਰੀ ਹੈ ਨਾ, ਆਪਾਂ ਹੁਣ ਇੱਕ ਚੀਜ਼ ਹੋਰ ਸੁਣਦੇ ਆ ਰਹੇ, ਆਪਣਾ ਗਣਤੰਤਰ ਦਿਵਸ ਵੀ ਮਨਾਇਆ ਜਾਂਦਾ। ਆਪਾਂ ਕੱਲ ਰਿਪਬਲਿਕ ਡੇ ਦੀ ਗੱਲ ਕੀਤੀ ਸੀ 26 ਜਨਵਰੀ ਨੂੰ, ਜਿਸ ਦਿਨ ਆਪਣਾ ਸੰਵਿਧਾਨ ਲਾਗੂ ਕੀਤਾ ਗਿਆ ਸੀਗਾ। ਰਿਪਬਲਿਕ ਦੀ ਗੱਲ ਕੀਤੀ ਸੀ, ਗਣਤੰਤਰ ਦੀ ਗੱਲ ਕੀਤੀ ਸੀ, ਇਹਨੂੰ ਗਣਤੰਤਰ ਕਹਿੰਦੇ ਆ ਰਿਪਬਲਿਕ ਨੂੰ। ਤਾਂ ਜਿਹੜਾ ਰਿਪਬਲਿਕ ਦਾ ਆਈਡੀਆ ਸੀਗਾ ਵੀ ਸਾਡਾ ਇੱਕ ਰਿਪਬਲਿਕ ਹੋਣਾ ਚਾਹੀਦਾ ਹੈ, ਜਿਹੜਾ ਗਣਤੰਤਰ ਹੋਣਾ ਚਾਹੀਦਾ, ਕਿੱਥੋਂ ਲਿੱਤਾ ਗਿਆ ਸੀਗਾ? ਸਭ ਤੋਂ ਵੱਡਾ ਆਈਡੀਆ ਗਣਤੰਤਰ ਦਾ ਲਿੱਤਾ ਗਿਆ ਸੀ, ਉਹ ਫਰਾਂਸ ਤੋਂ ਲਿੱਤਾ ਗਿਆ ਸੀਗਾ। ਫਰਾਂਸ ਨੂੰ ਰਿਪਬਲਿਕ ਕਹਿੰਦੇ, ਆਪਾਂ ਕਹਿੰਦੇ ਰਿਪਬਲਿਕ ਆਫ ਇੰਡੀਆ। ਰਿਪਬਲਿਕ ਆਫ ਇੰਡੀਆ, ਰਿਪਬਲਿਕ ਦਾ ਆਈਡੀਆ ਕਿੱਥੋਂ ਲਿੱਤਾ ਗਿਆ ਸੀ? ਫਿਰ ਇਹ ਜਿਹੜਾ ਰਿਪਬਲਿਕ ਆਪਾਂ ਕਹਿੰਦੇ ਰਹਿੰਦੇ ਹਾਂ, ਜਿਹੜਾ ਰਿਪਬਲਿਕ ਦਾ ਆਈਡੀਆ ਉਹ ਫਰਾਂਸ ਤੋਂ ਲਿੱਤਾ ਸੀਗਾ। ਆਪਾਂ ਇਹ ਚੀਜ਼ਾਂ ਨੂੰ ਰਿਵੀਜ਼ਨ ਕਰ ਲਾਂਗੇ ਬਾਅਦ ਚੋਂ, ਠੀਕ ਹੈ, ਥੋੜਾ ਆਸਾਨੀ ਨਾਲ ਹੋਰ ਇੱਕ ਵਾਰੀ ਰਿਵੀਜ਼ਨ ਕਰ ਲਾਂਗੇ। ਇੱਕ ਹੋ ਗਿਆ ਜੀ ਯੂਕੇ, ਦੂਜਾ ਰੂਸ, ਤੀਜਾ ਆਇਰਲੈਂਡ, ਚੌਥਾ ਦੱਖਣੀ ਅਫਰੀਕਾ, ਸਾਊਥ ਅਫਰੀਕਾ, ਫਰਾਂਸ। 5 ਦੇਸ਼ਾਂ ਦੀ ਆਪਾਂ ਗੱਲ ਕਰ ਚੁੱਕੇ ਹਾਂ ਹਜੇ ਤੱਕ। 6ਵਾਂ ਦੇਸ਼ ਜਿਹੜਾ ਹੈਗਾ USA, ਜਿਹਨੂੰ ਆਪਾਂ ਅਮਰੀਕਾ ਕਹਿੰਦੇ ਆ। ਕਾਫੀ ਕਰੇਜ ਹੈ ਅਮਰੀਕਾ, ਸਭ ਤੋਂ ਵੱਡੀ ਆਪਾਂ ਸ਼ਕਤੀ ਮੰਨੀ ਜਾਂਦੀ ਹੈ, ਠੀਕ ਹੈ ਜੀ। ਅਮਰੀਕਾ ਦੀ ਗੱਲ ਕਰਦੇ ਹਾਂ ਆਪਾਂ ਹੁਣ। ਬੁਨਿਆਦੀ ਅਧਿਕਾਰ, ਇਹ ਤਾਂ ਆਪਾਂ ਨੂੰ ਪਤਾ ਹੀ ਹੋਣਾ ਚਾਹੀਦਾ ਹੈ। ਫੰਡਾਮੈਂਟਲ ਰਾਈਟਸ ਆਪਾਂ ਬਚਪਨ ਸੁਣਦੇ ਆਉਂਦੇ ਆ, ਤੂੰ ਮੇਰੇ ਤੇ ਕੁਝ ਮੈਨੂੰ ਗਲਤ ਨਹੀਂ ਕਹਿ ਸਕਦਾ, ਮੈਨੂੰ ਰਾਈਟ ਮਿਲਿਆ, ਮੈਨੂੰ ਸਰਕਾਰ ਨੇ ਹੱਕ ਦਿੱਤਾ ਹੈ। ਜਿਹੜੇ ਹੱਕਾਂ ਦੀ ਆਪਾਂ ਗੱਲ ਕਰਦੇ ਹਾਂ, ਇਹ ਹੱਕ ਕਿੱਥੋਂ ਆਏ ਤੇ ਹੱਕ ਕਿੰਨੇ ਆ ਸਾਡੇ ਕੋਲ? ਤਾਂ 6 ਹੱਕ ਹੈ ਸਾਡੇ ਕੋਲ। 6 ਫੰਡਾਮੈਂਟਲ ਰਾਈਟ ਦਿੱਤੇ ਗਏ ਸੰਵਿਧਾਨ ਦੇ ਵਿੱਚ, 11 ਡਿਊਟੀਜ਼, 6 ਹੱਕ, ਠੀਕ ਹੈ ਜੀ। ਆਪਾਂ ਨੂੰ ਸਾਡੇ ਹੱਕ ਕੋਈ ਨਹੀਂ ਲੈ ਸਕਦਾ, ਸਾਡੇ ਸੰਵਿਧਾਨ ਨੇ ਸਾਨੂੰ ਸਾਡੇ ਹੱਕ ਦਿੱਤੇ ਆ। ਸਾਡੇ ਜਿਹੜੇ ਸੰਵਿਧਾਨ ਜਿਹੜੇ ਬਣਾਉਣ ਵਾਲੇ ਸੀਗੇ, ਉਹਨਾਂ ਨੇ ਅਧਿਕਾਰਾਂ ਦੇ ਉਹ ਕੀਤੀ ਵੀ ਲੋਕਾਂ ਨੂੰ ਅਧਿਕਾਰ ਮਿਲਣੇ ਚਾਹੀਦੇ ਆ, ਰਾਈਟ ਟੂ ਫਰੀडम ਹੋਣੀ ਚਾਹੀਦੀ ਹੈ, ਲੋਕੀ ਜਿੱਥੇ ਮਰਜ਼ੀ ਜਾ ਸਕਦੇ ਆ, ਠੀਕ ਹੈ ਜੀ। ਅਧਿਕਾਰਾਂ ਦੀ ਗੱਲ ਕੀਤੀ ਗਈ ਸੀ ਤੇ ਅਧਿਕਾਰ ਕਿੱਥੋਂ ਲਿੱਤੇ ਗਏ ਸੀਗੇ? ਅਮਰੀਕਾ ਤੋਂ। ਪਹਿਲੀ ਵਾਰੀ ਅਮਰੀਕਾ ਨੇ ਅਧਿਕਾਰਾਂ ਦੀ ਗੱਲ ਕੀਤੀ ਸੀ ਤੇ ਉਹਨਾਂ ਦੇ ਕਨਸਟੀਟਿਊਸ਼ਨ ਤੋਂ ਅਧਿਕਾਰ ਲੈ ਲਏ ਸੀਗੇ। ਆਪਾਂ USA ਦੀ ਗੱਲ ਕੀਤੀ ਸੀ ਕੱਲ ਵੀ। USA ਦੇ ਵਿੱਚ ਸਭ ਤੋਂ ਪਹਿਲਾ ਸੰਵਿਧਾਨ ਬਣਾਇਆ ਗਿਆ ਸੀਗਾ, ਯਾਦ ਰੱਖਣਾ ਫੈਕਟ। ਸਭ ਤੋਂ ਪਹਿਲਾ ਸੰਵਿਧਾਨ ਕਿਹੜੀ ਕੰਟਰੀ ਨੇ ਬਣਾਇਆ ਸੀ? ਤਾਂ USA ਨੇ ਬਣਾਇਆ ਸੀ ਸਭ ਤੋਂ ਪਹਿਲਾ ਸੰਵਿਧਾਨ। ਤੇ ਆਪਣੇ ਜਿਹੜੇ ਫੰਡਾਮੈਂਟਲ ਰਾਈਟਸ ਹੈ ਉਹ ਵੀ USA ਤੋਂ ਲਿੱਤੇ ਗਏ ਸੀਗੇ। ਤੇ ਜਿਹੜੇ ਫੰਡਾਮੈਂਟਲ ਰਾਈਟਸ ਹੈ ਉਹ 6 ਹੈ ਗਿਣਤੀ ਦੇ ਵਿੱਚ। 6 ਹੈ, ਆਪਾਂ 6 ਅੱਗੇ ਪੜਾਂਗੇ, ਤੁਸੀਂ ਸਿਰਫ ਹਜੇ ਇੰਨਾ ਕੁ ਯਾਦ ਕਰ ਲਓ। 6 ਫੰਡਾਮੈਂਟਲ ਰਾਈਟਸ ਹੈ, 11 ਫੰਡਾਮੈਂਟਲ ਡਿਊਟੀਜ਼ ਹੈ। ਡਿਊਟੀਜ਼ ਰਸ਼ੀਆ ਤੋਂ ਲਿੱਤੀਆਂ ਸੀਗੀਆਂ ਤੇ ਜਿਹੜੇ ਰਾਈਟਸ ਹੈ USA ਤੋਂ ਲਿੱਤੇ ਸੀਗੇ। ਆਪਾਂ ਕੰਫਿਊਜ਼ ਬਿਲਕੁਲ ਨਹੀਂ ਹੋਣਾ। ਪੇਪਰ ਦੇ ਵਿੱਚ 4 ਕੁਐਸਚਨ ਬਣਦੇ ਆ, ਫੰਡਾਮੈਂਟਲ ਰਾਈਟਸ USA, ਫੰਡਾਮੈਂਟਲ ਰਾਈਟਸ 6 ਫੰਡਾਮੈਂਟਲ ਰਾਈਟਸ ਹੈ। ਉਹ ਇੱਕ ਕੁਐਸਚਨ ਬਣਦਾ ਫੰਡਾਮੈਂਟਲ ਡਿਊਟੀਜ਼ ਰਸ਼ੀਆ ਤੋਂ ਲਿੱਤੀਆਂ ਸੀਗੀਆਂ ਤੇ ਫੰਡਾਮੈਂਟਲ ਡਿਊਟੀਜ਼ ਕਿੰਨੀਆਂ ਸੀਗੀਆਂ? 11 ਸੀਗੀਆਂ, ਠੀਕ ਹੈ ਜੀ। ਦੂਜਾ ਕੁਐਸਚਨ ਪੇਸ਼ਕਸ਼, ਪ੍ਰੀਐਮਬਲ। ਆਪਾਂ ਪੇਸ਼ਕਸ਼ ਕੱਲ ਇੱਕ ਪੇਜ ਦੇ ਬਾਰੇ ਗੱਲ ਕੀਤੀ ਸੀਗੀ, ਸੰਵਿਧਾਨ ਦਾ ਪਹਿਲਾ ਪੇਜ। ਸੰਵਿਧਾਨ ਦਾ ਪਹਿਲਾ ਪੇਜ ਨੂੰ ਕਹਿੰਦੇ ਪ੍ਰੀਐਮਬਲ ਜਾਂ ਪੇਸ਼ਕਸ਼ ਜਿਹਨੂੰ ਆਪਾਂ ਕਹੀਏ। ਇਹਦੇ ਵਿੱਚ ਸਾਰਾ ਕੁਝ ਲਿਖਿਆ ਗਿਆ ਜੋ ਸਾਡੇ ਸੰਵਿਧਾਨ ਨੂੰ ਦਰਸਾਏ। ਤਾਂ ਪ੍ਰੀਐਮਬਲ ਦਾ ਵੀ ਆਈਡੀਆ ਜਿਹੜਾ ਹੈ ਉਹ USA ਤੋਂ ਲਿੱਤਾ ਸੀਗਾ। ਤੇ ਆਪਾਂ ਇੱਕ ਹੋਰ ਚੀਜ਼ ਪੜ੍ਹੀ ਸੀ, ਜਿਹੜਾ ਪ੍ਰੀਐਮਬਲ ਹੈ, ਠੀਕ ਹੈ ਜੀ। ਜਿਹੜਾ ਪ੍ਰੀਐਮਬਲ ਹੈ ਆਪਣਾ, ਇਹ ਪ੍ਰੀਐਮਬਲ ਦੀ ਗੱਲ ਕਿਹਨੇ ਕੀਤੀ ਸੀਗੀ? ਆਪਾਂ ਕੱਲ ਕੁਐਸਚਨ ਵੀ ਕੀਤਾ ਸੀ ਡਾਕਟਰ BR ਅੰਬੇਦਕਰ ਕਿ ਡਾਕਟਰ ਜਵਾਹਰ ਲਾਲ ਨਹਿਰੂ? ਆਪਾਂ ਨੇ ਆਨਸਰ ਦਿੱਤਾ ਸੀ ਡਾਕਟਰ ਜਵਾਹਰ ਲਾਲ ਨਹਿਰੂ। ਪ੍ਰੀਐਮਬਲ ਲਿੱਤਾ ਸੀਗਾ USA ਤੋਂ ਤੇ ਗੱਲ ਕੀਤੀ ਸੀ ਡਾਕਟਰ ਜਵਾਹਰ ਲਾਲ ਨਹਿਰੂ ਨੇ। ਤੀਜਾ ਆਪਾਂ ਗੱਲ ਕਰਨ ਜਾ ਰਹੇ ਹਾਂ ਸਰਵੋੱਚ ਕੋਰਟ। ਆਪਾਂ ਕਹਿ ਦਿੰਦੇ ਅਕਸਰ ਕਹਿ ਦਿੰਦੇ ਤੂੰ ਮੈਨੂੰ ਜੇ ਕੁਝ ਮੇਰਾ ਜੇ ਤੂੰ ਮੇਰੇ ਨਾਲ ਕੁਝ ਗਲਤ ਕਰੇਗਾ ਮੈਂ ਸੁਪਰੀਮ ਕੋਰਟ ਚਲਾ ਜਾਵਾਂਗਾ, ਮੈਂ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਆਪਣੀ ਦਰਖਾਸਤ ਕਰਾਂਗਾ, ਉਹ ਮੇਰੀ ਗੱਲ ਸੁਣਨਗੇ, ਕੋਰਟ ਪੱਕਾ ਮੇਰੀ ਗੱਲ ਸੁਣੂਗਾ। ਤੇ ਜਿਹੜਾ ਸੁਪਰੀਮ ਕੋਰਟ ਹੈ ਇਹ ਵੀ ਆਪਾਂ ਆਈਡੀਆ ਲਿੱਤਾ ਸੀ USA ਤੋਂ ਵੀ ਸਾਡਾ ਇੱਕ ਸੁਪਰੀਮ ਕੋਰਟ ਹੋਣਾ ਚਾਹੀਦਾ ਹੈ। ਤੇ ਜਿਹੜਾ ਸੁਪਰੀਮ ਕੋਰਟ ਹੈ ਉਹ ਕਿਸੇ ਨੂੰ ਵੀ ਉਹ ਨਹੀਂ ਕਰਨਾ ਚਾਹੀਦਾ। ਸੁਪਰੀਮ ਕੋਰਟ ਸਭ ਦੇ ਲਈ ਇੱਕੋ ਜਿਹਾ ਵਿਵਹਾਰ ਕਰਨਾ ਚਾਹੀਦਾ ਹੈ। ਸੁਪਰੀਮ ਕੋਰਟ ਨਾ ਪ੍ਰਧਾਨ ਮੰਤਰੀ ਲਈ ਵੀ ਸੇਮ ਹੋਏਗਾ, ਜੇ ਪ੍ਰਧਾਨ ਮੰਤਰੀ ਗਲਤੀ ਕਰਦਾ ਤਾਂ ਉਸਨੂੰ ਵੀ ਸਜ਼ਾ ਮਿਲੇਗੀ, ਜੇ ਕੋਈ ਆਮ ਬੰਦਾ ਗਲਤੀ ਕਰਦਾ ਤਾਂ ਉਸਨੂੰ ਵੀ ਸਜ਼ਾ ਮਿਲੇਗੀ। ਸੁਪਰੀਮ ਕੋਰਟ ਸਭ ਦੇ ਲਈ ਇੱਕ ਸੇਮ ਚੀਜ਼ ਪ੍ਰਕਿਰਿਆ ਫੋਲੋ ਕਰੂਗਾ, ਠੀਕ ਹੈ ਜੀ। ਸੁਪਰੀਮ ਕੋਰਟ ਦੀ ਗੱਲ ਕਿੱਥੋਂ ਲਿੱਤੀ ਗਈ ਸੀਗੀ? ਤਾਂ USA ਤੋਂ ਲਿੱਤੀ ਗਈ ਸੀਗੀ।
ਇਹਨੂੰ ਸੁਪਰੀਮ ਕੋਰਟ ਦੇ ਜੁਡੀਸ਼ੀਅਲ ਰਿਵਿਊ ਆਪਾਂ ਕਹਿੰਦੇ ਜਿਹੜਾ ਆਪਾਂ ਕਹਿੰਦੇ ਆ ਇਹ ਸਭ ਦੇ ਲਈ ਇਕੁਅਲ ਹੋਏਗਾ। ਠੀਕ ਹੈ ਜੀ, ਸੁਪਰੀਮ ਕੋਰਟ ਸਭ ਦੇ ਲਈ ਇਕੁਅਲ ਹੋਊਗਾ। ਸੁਪਰੀਮ ਕੋਰਟ ਯੂਐਸ ਨੂੰ ਦਿੱਤਾ ਸੀਗਾ। ਇਸ ਤੋਂ ਬਾਅਦ ਲਿਖਤੀ ਸੰਵਿਧਾਨ ਆਪਾਂ ਪੜਿਆ ਸੀਗਾ। ਸਾਡਾ ਜਿਹੜਾ ਕਨਸਟੀਟਿਊਸ਼ਨ ਹੈ ਉਹ ਬੜਾ ਲੈਂਥੀ ਹੈ, ਬੜਾ ਲੰਬਾ ਹੈ। ਜਿਹੜਾ ਲੰਬਾ ਹੈ, ਠੀਕ ਹੈ, ਉਹ ਲਿਖਿਆ ਹੋਊਗਾ ਇਸੇ ਕਰਕੇ ਲੰਬਾ। ਠੀਕ ਹੈ ਜੀ, ਤਾਂ ਲਿਖਤੀ ਜਿਹੜੀ ਗੱਲ ਵੀ ਹੈ ਯੂਐਸਏ ਦਾ ਵੀ ਲਿਖਿਆ ਹੋਇਆ ਕਨਸਟੀਟਿਊਸ਼ਨ ਹੈ। ਠੀਕ ਹੈ ਜੀ, ਤੇ ਜਿਹੜਾ ਲਿਖਤੀ ਸੰਵਿਧਾਨ ਦੀ ਗੱਲ ਜਿਹੜੀ ਆਪਾਂ ਯੂਐਸਏ ਤੋਂ ਅਡਾਪਟ ਕੀਤੀ ਸੀਗੀ ਵੀ ਜਿਹੜਾ ਸਾਡਾ ਸੰਵਿਧਾਨ ਹੋਏਗਾ ਲਿਖਿਤ ਚ ਹੋਏਗਾ, ਪ੍ਰੋਪਰ ਉਹਦੀ ਕਾਪੀ ਬਣਾਵਾਂਗੇ। ਤੁਸੀਂ ਚਾਹੋਗੇ ਮੈਂ ਤੁਹਾਨੂੰ ਕੱਲ ਇੱਕ ਕਨਸਟੀਟਿਊਸ਼ਨ ਦੀ ਕਾਪੀ ਵੀ ਦਿਖਾ ਦਾਂਗਾ। ਮੇਰੇ ਕੋਲ ਪਈ ਹੈ, ਅੱਜ ਨਹੀਂ ਮੈਂ ਰੱਖੀ, ਮੈਂ ਤੁਹਾਨੂੰ ਕੱਲ ਕਨਸਟੀਟਿਊਸ਼ਨ ਦੀ ਕਾਪੀ ਦਿਖਾਵਾਂਗਾ ਕਿ ਕਨਸਟੀਟਿਊਸ਼ਨ ਕਿਵੇਂ ਦਾ ਲੱਗਦਾ ਆਪਣਾ। ਠੀਕ ਹੈ ਜੀ, ਆਪਾਂ ਨੂੰ ਜਰਾ ਹੋਰ ਥੋੜੀ ਜਿਹੀ ਮੋਟੀਵੇਸ਼ਨ ਮਿਲੂਗੀ ਵੀ ਸਾਡਾ ਸੰਵਿਧਾਨ ਐਵੇਂ ਦਾ ਲੱਗਦਾ। ਠੀਕ ਹੈ ਜੀ, ਲਿਖਤੀ ਜਿਹੜਾ ਐਵੇਂ ਦਾ ਲੱਗਦਾ। ਠੀਕ ਹੈ, ਕਾਪੀ ਮੇਰੇ ਕੋਲ ਪਈ ਹੈ, ਮੈਂ ਤੁਹਾਨੂੰ ਕੱਲ ਦਿਖਾਊਂਗਾ ਕਾਪੀ। ਆਪਾਂ ਹੁਣ ਇੱਥੋਂ ਯੂਕੇ, ਰਸ਼ੀਆ, ਆਇਰਲੈਂਡ, ਸਾਊਥ ਅਫਰੀਕਾ, ਫਰਾਂਸ, ਯੂਐਸਏ ਦੀ ਗੱਲ ਕਰ ਲਈ ਹੈ। ਉਸ ਤੋਂ ਬਾਅਦ ਆਨੇ ਜਰਮਨੀ ਤੇ। ਜਰਮਨੀ ਸਾਡਾ ਆ ਗਿਆ ਜੀ। ਜਰਮਨੀ ਦੇ ਵਿੱਚ ਆਪਾਂ ਲਿਖੇ ਸੀਗੇ, ਹਾਂ ਆਪਾਂ ਹੁਣ ਉਹਦੇ ਗੱਲ ਕੀਤੀ ਸੀ ਫੰਡਾਮੈਂਟਲ ਰਾਈਟਸ ਦੀ ਵੀ ਸਾਡੇ 6 ਫੰਡਾਮੈਂਟਲ ਰਾਈਟ ਹੈ। ਹੁਣ ਆਪਾਂ ਵੀ ਪੜ੍ਹਦੇ ਹਾਂ ਕਿਸੇ ਟਾਈਮ ਤੇ ਦੇਸ਼ 'ਚ ਕੋਈ ਦਿੱਕਤ ਆ ਜਾਂਦੀ ਹੈ, ਦੇਸ਼ ਲੜਾਈ 'ਚ ਲੱਗਿਆ ਹੁੰਦਾ, ਕੋਈ ਵਾਰ ਲੱਗੀ ਹੁੰਦੀ ਹੈ। ਠੀਕ ਹੈ, ਕਈ ਵਾਰੀ ਕੋਈ ਲੋਕਡਾਊਨ ਲੱਗਿਆ ਹੁੰਦਾ ਆਪਾਂ ਕਹੀਏ ਨਾ, ਜਾਂ ਫਿਰ ਆਪਾਂ ਕਹੀਏ ਦੇਸ਼ 'ਚ ਕੋਈ ਵਿਪਤਾ ਪੈ ਜਾਂਦੀ ਹੈ, ਤਾਂ ਵਿਪਤਾ ਪੈਣ ਤੇ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਜਾਂਦੀ ਹੈ ਵੀ ਆਪਾਂ ਰੈੱਡ ਅਲਰਟ ਘੋਸ਼ਿਤ ਕਰਦੇ ਹਾਂ ਵੀ ਜਿਹੜੀ ਇਹ ਚੀਜ਼ਾਂ ਸਾਡੇ ਦੇਸ਼ ਲਈ ਖਤਰਨਾਕ ਹੋ ਸਕਦੀਆਂ। ਤਾਂ ਆਪਾਂ ਅਕਸਰ ਸੁਣਦੇ ਹਾਂ ਰੈੱਡ ਅਲਰਟ ਘੋਸ਼ਿਤ ਕਰਤਾ ਸਰਕਾਰ ਨੇ, ਐਮਰਜੈਂਸੀ ਜਿਹੜੀ ਹੈ ਉਹ ਘੋਸ਼ਿਤ ਕਰਤੀ। ਤਾਂ ਐਮਰਜੈਂਸੀ ਦੇ ਦੌਰਾਨ ਕਈ ਫੰਡਾਮੈਂਟਲ ਰਾਈਟਸ ਸਸਪੈਂਡ ਮਤਲਬ ਖਤਮ, ਮੁਅੱਤਲ ਕਰ ਦਿੱਤੇ ਜਾਂਦੇ ਆ। ਮੁਅੱਤਲ ਪੰਜਾਬੀ ਦੇ ਵਿੱਚ ਕਹਿੰਦੇ ਆ ਮੁਅੱਤਲ, ਮਤਲਬ ਕੁਝ ਟਾਈਮ ਲਈ ਉਹਨਾਂ ਨੂੰ ਖਤਮ ਕਰ ਦਿੱਤਾ ਜਾਂਦਾ ਵੀ ਐਮਰਜੈਂਸੀ ਦੇ ਦੌਰਾਨ ਅਸੀਂ ਇਹਨਾਂ ਫੰਡਾਮੈਂਟਲ ਰਾਈਟਸ ਦੀ ਤੁਹਾਡੀ ਉਹ ਨਹੀਂ ਕਰ ਸਕਦੇ, ਤੁਹਾਨੂੰ ਉਹ ਨਹੀਂ ਬਚਾ ਨਹੀਂ ਸਕਦੇ ਇਹਨਾਂ ਫੰਡਾਮੈਂਟਲ ਰਾਈਟਸ ਨੂੰ। ਹੁਣ ਆਪਾਂ ਕਹਿ ਦਈਏ ਜੇ ਬਾਹਰ ਸਰਕਾਰ ਨੇ ਲੋਕਡਾਊਨ ਲਾਇਆ ਤਾਂ ਆਪਣਾ ਇੱਕ ਫੰਡਾਮੈਂਟਲ ਰਾਈਟ ਦੇ ਵਿੱਚ ਆਪਾਂ ਨੂੰ ਇਹ ਵੀ ਹੁੰਦਾ ਵੀ ਆਪਾਂ ਨੂੰ ਪ੍ਰੋਫੈਸ਼ਨ ਦੇ ਵਿੱਚ ਕੋਈ ਰੋਕ ਨਹੀਂ ਸਕਦਾ ਕੁਝ ਕੰਮ ਕਰਨ ਤੋਂ। ਠੀਕ ਹੈ ਨਾ, ਆਪਾਂ ਨੂੰ ਰੋਕ ਨਹੀਂ ਸਕਦਾ। ਸਾਡੇ ਸੰਵਿਧਾਨ ਦੇ ਵਿੱਚ ਫੰਡਾਮੈਂਟਲ ਰਾਈਟ ਹੈ ਵੀ ਸਾਡਾ ਕੋਈ ਕੰਮ ਕਰਨ ਤੋਂ ਸਾਨੂੰ ਰੋਕ ਨਹੀਂ ਸਕਦਾ। ਠੀਕ ਹੈ ਜੀ, ਪਰ ਆਪਾਂ ਕਹੀਏ ਜੀ ਬਾਹਰ ਦਾ ਲੋਕਡਾਊਨ ਹੈ, ਮੈਨੂੰ ਕੰਮ ਕਰਨ ਤੋਂ ਰੋਕ ਰਿਹਾ, ਮੈਂ ਸੁਪਰੀਮ ਕੋਰਟ 'ਚ ਚਲਾ ਜਾਵਾਂਗਾ ਜੀ ਵੀ ਮੈਨੂੰ ਤਾਂ ਜੀ ਕੰਮ ਕਰਨ ਤੋਂ ਰੋਕ ਰਿਹਾ, ਮੇਰੇ ਫੰਡਾਮੈਂਟਲ ਰਾਈਟ ਦੀ ਉਲੰਘਣਾ ਹੋ ਰਹੀ ਹੈ। ਪਰ ਸਰਕਾਰ ਨੇ ਕੀਤਾ ਵੀ ਜਿਹੜੀ ਆਪਾਤਕਾਲੀਨ ਸਥਿਤੀ ਹੁੰਦੀ ਹੈ ਜਾਂ ਐਮਰਜੈਂਸੀ ਸਿਚੁਏਸ਼ਨ ਹੁੰਦੀ ਹੈ ਨਾ, ਉਹਦੇ ਵਿੱਚ ਕੁਝ ਫੰਡਾਮੈਂਟਲ ਰਾਈਟਸ ਨੂੰ ਜਿਹੜਾ ਉਹ ਕਹਿੰਦੇ ਆ ਸਸਪੈਂਡ ਕਰ ਦਿੰਦੇ। ਠੀਕ ਹੈ ਜੀ, ਤੇ ਕੁਝ ਐਸੇ ਫੰਡਾਮੈਂਟਲ ਰਾਈਟਸ ਜਿਹੜੇ ਸਸਪੈਂਡ ਨਹੀਂ ਹੋ ਸਕਦੇ। ਹਾਂਜੀ ਹੈਗੇ ਆ। ਹੁਣ ਰਾਈਟ ਟੂ ਲਾਈਫ ਹੈ ਜਿਹੜਾ ਆਪਣਾ ਵੀ ਆਪਾਂ ਜੀਣ ਦਾ ਹੱਕ ਹੈ, ਉਹ ਤਾਂ ਸਸਪੈਂਡ ਨਹੀਂ ਹੋ ਸਕਦਾ ਨਾ, ਭਾਵੇਂ ਐਮਰਜੈਂਸੀ ਲੱਗੀ ਹੋਵੇ, ਭਾਵੇਂ ਲੜਾਈ ਹੋ ਜੇ, ਆਪਣਾ ਜੀਣ ਦਾ ਅਧਿਕਾਰ ਆਪਣਾ ਨੂੰ ਕੋਈ ਛੀਨ ਸਕਦਾ? ਨਹੀਂ ਛੀਨ ਸਕਦਾ। ਆਪਾਂ ਇਹਨਾਂ ਬਾਰੇ ਅੱਗੇ ਪੜਾਂਗੇ। ਤਾਂ ਕਿਹੜੇ ਆਰਟੀਕਲ ਪੁੱਛਦੇ ਆ ਵੀ ਕਿਹੜੇ ਜਿਹੜੇ ਆਰਟੀਕਲਸ ਨੇ ਉਹ ਸਸਪੈਂਡ ਨਹੀਂ ਹੁੰਦੇ, ਕਿਹੜੇ ਰਾਈਟ ਸਸਪੈਂਡ ਨਹੀਂ ਹੁੰਦੇ। ਤਾਂ 2021 ਆਪਾਂ ਇਹਨਾਂ ਬਾਰੇ ਅੱਗੇ ਪੜਾਂਗੇ। ਠੀਕ ਹੈ ਨਾ, ਤੁਸੀਂ ਬਸ ਇਸ ਨੂੰ ਹਜੇ ਸਮਝਣ ਦਾ ਯਾਦ ਕਰਨ ਦਾ ਤਰੀਕਾ ਦੱਸ ਦੇਣਾ। ਆਪਣਾ ਇਸ ਟਾਈਮ ਈਅਰ ਕਿਹੜਾ ਚੱਲ ਰਿਹਾ? 2021 2021 ਇਹ ਚੱਲ ਰਿਹਾ ਆਪਣਾ। ਆਪਾਂ ਯਾਦ ਰੱਖਣਾ 2021 ਜਿਹੜੇ ਸਸਪੈਂਡ ਨਹੀਂ ਹੁੰਦੇ। ਇਹ ਤਰੀਕਾ ਆਪਣਾ ਕੋਲ ਹੈਗਾ। ਆਪਾਂ ਇਹਨਾਂ ਨੂੰ ਅੱਗੇ ਡੈਪਥ ਚ ਪੜਾਂਗੇ, ਮਤਲਬ ਪੂਰਾ ਪੜਾਂਗੇ। ਹਜੇ ਸਿਰਫ ਇਹਨਾਂ ਦੇ ਯਾਦ ਰੱਖੋ 20 ਤੇ 21 ਜਿਹੜੇ ਹੈਗੇ ਆ ਉਹ ਸਸਪੈਂਡ ਨਹੀਂ ਹੁੰਦੇ। ਤੇ ਯਾਦ ਕਰਨ ਦਾ ਤਰੀਕਾ 2021 2021 ਇਹ ਦੋਨੋਂ ਅੱਡ ਹੈ। ਠੀਕ ਹੈ, ਆਪਾਂ ਇਹਨਾਂ ਬਾਰੇ ਪੜਾਂਗੇ। ਇੱਕ ਰਾਈਟ ਟੂ ਲਾਈਫ ਆਉਂਦਾ, ਇਹਨਾਂ ਵਿੱਚ ਕਾਫੀ ਚੀਜ਼ਾਂ ਹੁੰਦੀਆਂ ਵੀ ਆਪਣਾ ਜੀਣ ਦਾ ਅਧਿਕਾਰ ਕੋਈ ਨਹੀਂ ਛੀਨ ਸਕਦਾ ਆਪਣੇ ਤੋਂ। ਤਾਂ ਐਮਰਜੈਂਸੀ ਦੌਰਾਨ ਜਿਹੜੇ ਆਪਣੇ ਕੀ ਕਹਿੰਦੇ ਆ ਜਿਹੜੇ ਮੁਅੱਤਲ ਕਰਨਾ ਪੈਂਦਾ ਆਪਣੇ ਅਧਿਕਾਰਾਂ ਨੂੰ, ਆਪਾਂ ਉਹਨਾਂ ਦੀ ਗੱਲ ਕਰਦੇ ਆ। ਜਿਹੜੇ ਅਧਿਕਾਰਾਂ ਨੂੰ ਆਪਾਂ ਸਸਪੈਂਡ ਕਰਦੇ ਆ, ਸਸਪੈਂਸ਼ਨ ਆਫ ਆਪਣੇ ਫੰਡਾਮੈਂਟਲ ਰਾਈਟਸ ਡਿਊਰਿੰਗ ਐਮਰਜੈਂਸੀ। ਕਿੱਥੋਂ ਲਿੱਤਾ ਸੀ? ਜਰਮਨੀ ਤੋਂ। ਜਰਮਨੀ 'ਚ ਵੀ ਐਵੇਂ ਹੁੰਦਾ ਸੇਮ ਚੀਜ਼। ਆਸਟ੍ਰੇਲੀਆ ਦੀ ਗੱਲ ਕਰਦੇ ਆ। ਆਸਟ੍ਰੇਲੀਆ ਆਪਾਂ ਕਾਫੀ ਸੁਣਦੇ ਰਹੇ ਹਾਂ। ਆਸਟ੍ਰੇਲੀਆ, ਕੈਨੇਡਾ ਇਹ ਦੋ ਸੌਖੀਆਂ ਕੰਟਰੀਆਂ ਬਚੀਆਂ ਬਸ ਆਪਣੇ ਕੋਲ। ਆਸਟ੍ਰੇਲੀਆ ਦੀ ਗੱਲ ਕਰਦੇ ਆ। ਇਕਸਾਰ ਸੂਚੀ। ਹੁਣ 3 ਤਰ੍ਹਾਂ ਦੀਆਂ ਸੂਚੀਆਂ ਹੁੰਦੀਆਂ ਕਨਸਟੀਟਿਊਸ਼ਨ ਦੇ ਵਿੱਚ ਨਾ, 3 ਤਰ੍ਹਾਂ ਦੀ ਸੂਚੀਆਂ। ਇੱਕ ਤਾਂ ਹੋ ਗਈ ਸੈਂਟਰ ਦੀ ਕੇਂਦਰੀ ਸੂਚੀ, ਦੂਜੀ ਹੋ ਗਈ ਸਟੇਟ ਦੀ, ਤੀਜੀ ਹੋ ਗਈ ਕੌਨਕਰੈਂਟ ਮਤਲਬ ਇਕਸਾਰ। ਠੀਕ ਹੈ, ਪਹਿਲਾਂ ਤਾਂ ਸੈਂਟਰ ਦੀ ਕੁਝ ਚੀਜ਼ਾਂ ਜਿਹੜੀਆਂ ਉਹ ਸੈਂਟਰ ਦੇ ਹੱਥ ਹੁੰਦੀਆਂ ਜਿਨ੍ਹਾਂ ਦੇ ਉੱਪਰ ਲਾਅ ਜਿਹੜਾ ਸਿਰਫ ਸੈਂਟਰ ਬਣਾ ਸਕਦਾ। ਕੁਝ ਚੀਜ਼ਾਂ ਜਿਹੜੀਆਂ ਹੁੰਦੀਆਂ ਸਟੇਟ ਦੇ ਹੱਥ ਹੁੰਦੀਆਂ ਜਿਨ੍ਹਾਂ ਦੇ ਉੱਪਰ ਸਿਰਫ ਸਟੇਟ ਲਾਅ ਬਣਾ ਸਕਦੀ ਹੈ। ਜਿਵੇਂ ਐਜੂਕੇਸ਼ਨ ਹੋ ਗਈ, ਉਹ ਸਟੇਟ ਦੇ ਹੱਥ ਹੁੰਦੀ ਹੈ। ਆਪਾਂ ਦੇਖਦੇ ਨਾ ਸਰਕਾਰੀ ਪੰਜਾਬ ਦਾ ਸਰਕਾਰੀ ਸਕੂਲ। ਠੀਕ ਹੈ ਜੀ, ਆਪਾਂ 3 ਸੂਚੀਆਂ ਦੀ ਗੱਲ ਕਰ ਰਹੇ, ਸੈਂਟਰ ਦੀ, ਸਟੇਟ ਦੀ, ਕੌਨਕਰੈਂਟ ਦੀ। ਠੀਕ ਹੈ ਜੀ, ਇਹ ਤਿੰਨੋਂ ਸੂਚੀਆਂ ਜਿਹੜੀਆਂ ਕੇਂਦਰ ਦੀ ਹੋ ਗਈ, ਇੱਕ ਸਟੇਟ ਦੀ ਹੋ ਗਈ ਤੇ ਇੱਕ ਜਿਹੜੀ ਹੈ ਕੌਨਕਰੈਂਟ ਹੋ ਗਈ। ਜਿਹੜੀ ਇਕਸਾਰ ਸੂਚੀ, ਇਕਸਾਰ ਸੂਚੀ ਜਿਹੜੀ ਹੈ ਆਪਾਂ ਲਿੱਤੀ ਸੀ ਆਸਟ੍ਰੇਲੀਆ ਤੋਂ। ਆਸਟ੍ਰੇਲੀਆ ਨਾਮਕ ਜਿਹੜੀ ਆਪਣੀ ਕੰਟਰੀ ਹੈ ਉਸ ਤੋਂ ਆਪਾਂ ਲਿੱਤੀ ਸੀ ਇਕਸਾਰ ਸੂਚੀ। ਸੈਂਟਰ ਤੇ ਕੇਂਦਰ ਕਾਨੂੰਨ ਬਣਾ ਸਕਦੀ ਹੈ, ਸਟੇਟ ਤੇ ਸਟੇਟ ਗਵਰਨਮੈਂਟ ਬਣਾ ਸਕਦੀ ਹੈ, ਤੇ ਜਿਹੜੀ ਦੂਜੀ ਇਕਸਾਰ ਸੂਚੀ ਹੈ ਉਹਦੇ ਤੇ ਦੋਨੋਂ ਕਾਨੂੰਨ ਬਣਾ ਸਕਦੀਆਂ ਆਪਣਾ ਆਪਣਾ। ਹੁਣ ਆਪਾਂ ਪੜਾਂਗੇ ਪੁਲਿਸ ਹੈ।
ਆਪਾਂ ਨੂੰ ਪੁੱਛਿਆ ਜਾ ਸਕਦਾ ਪੇਪਰ ਦੇ ਵਿੱਚ ਪੁਲਿਸ ਜਿਹੜੀ ਹੈ ਉਹ ਕਿਹੜੀ ਲਿਸਟ ਦੇ ਵਿੱਚ ਆਉਂਦੀ ਹੈ, ਉਹ ਸਟੇਟ ਲਿਸਟ ਦੇ ਵਿੱਚ ਆਉਂਦੀ ਹੈ। ਆਰਮੀ ਕਿਹੜੀ ਲਿਸਟ ਦੇ ਵਿੱਚ ਆਉਂਦੀ ਹੈ ਜੀ, ਫਿਰ ਆਰਮੀ ਜਿਹੜੀ ਉਹ ਸੈਂਟਰ ਦੀ ਲਿਸਟ 'ਚ ਆਉਂਦੀ ਹੈ। ਇਹ ਦੋਨੋਂ ਚੀਜ਼ਾਂ ਦਾ ਆਪਾਂ ਧਿਆਨ ਰੱਖਣਾ ਹੈ। ਐਜੂਕੇਸ਼ਨ ਕਿਵੇਂ ਪੁੱਛਣਾ ਹੁੰਦਾ ਤਾਂ ਐਜੂਕੇਸ਼ਨ ਵੀ ਸਟੇਟ ਲਿਸਟ 'ਚ ਆਉਂਦੀ ਹੈ। ਇੱਕ ਸਾਰ ਸੂਚੀ ਦੇ ਵਿੱਚ ਉਹ ਚੀਜ਼ਾਂ ਆਉਂਦੀਆਂ ਜੋ ਦੋਨੋਂ ਜਗ੍ਹਾ ਲਿਖੀਆਂ ਜਾ ਸਕਣ। ਠੀਕ ਹੈ ਜੀ, ਆਪਾਂ ਇੱਥੋਂ ਦੀ ਇਹ ਸੂਚੀਆਂ ਦਾ ਵੀ ਪੜ੍ਹ ਲਿਆ ਤੇ ਨਾਲੇ ਆਪਾਂ ਇਹ ਵੀ ਪੜ੍ਹ ਲਿਆ ਵੀ ਇੱਕ ਸਾਰ ਸੂਚੀ ਆਸਟ੍ਰੇਲੀਆ ਤੋਂ ਲਿੱਤੀ ਗਈ ਸੀਗੀ। ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਕੈਨੇਡਾ ਦੀ। ਇਹ ਆਖਰੀ ਕੰਟਰੀ ਹੈ। ਸਭ ਤੋਂ ਪਹਿਲਾਂ ਕੈਨੇਡਾ ਦੇ ਵਿੱਚ ਨਾ ਕੈਨੇਡਾ ਦਾ ਬੱਚੀਆ ਰੱਖ ਲੈ ਕੈਨੇਡਾ ਕੇਂਦਰ, ਕੈਨੇਡਾ ਕੇਂਦਰ, ਕੈਨੇਡਾ ਕੇਂਦਰ। ਕੈਨੇਡਾ ਜਿਹੜੇ ਨੇ ਕੇਂਦਰ ਨੂੰ ਪਾਵਰ ਦਿੰਦਾ। ਕੇਂਦਰ ਆਪਾਂ ਪੜਿਆ ਰਿਹਾ, ਕੇਂਦਰ ਦੀ ਗੱਲ ਕੀਤੀ, ਸੈਂਟਰ ਦੀ। ਜਿਵੇਂ ਆਪਣੇ ਸੈਂਟਰ ਹੈ ਨਾ ਜੀ, ਜਿਹੜੀ ਸੈਂਟਰ ਦੀ ਸਰਕਾਰ ਹੁੰਦੀ ਹੈ, ਜਿਵੇਂ ਆਪਾਂ ਕਹਿੰਦੇ ਹਾਂ ਮੋਦੀ ਸਰਕਾਰ ਜਿਹੜੀ ਸੈਂਟਰ 'ਚ ਇਸ ਟਾਈਮ ਬੈਠੀ ਹੈ, ਉਸ ਸਰਕਾਰ ਕੋਲ ਮਜ਼ਬੂਤ ਕੇਂਦਰ ਤੇ ਫੈਡਰੇਸ਼ਨ ਦੀ ਯੋਜਨਾ। ਦੇਖੋ ਕੈਨੇਡਾ ਕਹਿੰਦਾ ਕੇਂਦਰ ਨੂੰ ਮਜ਼ਬੂਤ ਬਣਾਓ, ਕੇਂਦਰ ਨੂੰ ਜ਼ਿਆਦਾ ਪਾਵਰ ਦਿਓ। ਸਟੇਟਾਂ ਬਣਨਗੀਆਂ, ਸਟੇਟਾਂ ਕੋਲ ਵੀ ਪਾਵਰ ਹੋਏਗੀ, ਪਰ ਜਿਹੜੀ ਜ਼ਿਆਦਾ ਪਾਵਰ ਹੋਏਗੀ ਕੇਂਦਰ ਕੋਲ ਹੋਊਗੀ। ਇਸੇ ਕਰਕੇ ਜੇ ਪੇਪਰ ਦੇ ਵਿੱਚ ਆਪਾਂ ਨੂੰ ਆਉਂਦਾ ਮਜ਼ਬੂਤ ਕੇਂਦਰ, ਸਟਰੋਂਗ ਸੈਂਟਰ ਦੀ ਗੱਲ ਕਰਦਾ, ਆਪਾਂ ਬਿਨਾਂ ਦੇਖੇ ਕੈਨੇਡਾ ਹੀ ਲਾ ਦੇਣਾ। ਸਟਰੋਂਗ ਸੈਂਟਰ ਦੀ ਗੱਲ ਕਰਦਾ, ਠੀਕ ਹੈ ਜੀ। ਉਸ ਤੋਂ ਬਾਅਦ ਜੇ ਆਂਦਾ ਬਚੀ ਸ਼ਕਤੀ, ਜਿਵੇਂ ਕੁਝ ਪਾਵਰ ਐਸੇ ਹੁੰਦੇ ਰੈਸੀਡੂਏ ਪਾਵਰਸ, ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਕੁਝ ਬਚੀਆਂ ਸ਼ਕਤੀਆਂ, ਉਹ ਵੀ ਉਹ ਕਹਿੰਦਾ ਕੇਂਦਰ ਨੂੰ ਦੇ ਦਿਓ। ਜਿਹੜੀ ਰੈਸੀਡੂਏ ਪਾਵਰ ਹੈ ਨਾ ਉਹ ਵੀ ਕੇਂਦਰ ਨੂੰ ਦੇ ਦਿਓ, ਜੋ ਬਚੀਆਂ ਸ਼ਕਤੀਆਂ ਉਹ ਵੀ ਕੇਂਦਰ ਨੂੰ ਦੇ ਦਿਓ। ਤੇ ਜੇ ਕੇਂਦਰ ਨੂੰ ਮਜ਼ਬੂਤ ਕਰਨ ਦੀ ਗੱਲ ਹੋਊਗੀ ਤਾਂ ਆਪਾਂ ਸਿੱਧਾ ਕੈਨੇਡਾ ਤੇ ਆਨਸਰ ਲਗਾ ਦਾਂਗੇ। ਠੀਕ ਹੈ ਜੀ। ਹੁਣ ਇਹਨਾਂ ਵਿੱਚੋਂ ਤੁਹਾਨੂੰ ਮੈਂ 5-7 ਇੰਪੋਰਟੈਂਟ ਜਿਹੜੇ ਬਹੁਤ ਵਾਰ ਰਿਪੀਟ ਹੁੰਦੇ ਆ, ਮਤਲਬ ਜਿਹੜੇ ਅਣਗਿਣਤ ਰਿਪੀਟ ਹੁੰਦੇ ਆ, ਤੁਹਾਨੂੰ ਰੱਟਾ ਮਾਰ ਲੈਣਾ ਚਾਹੀਦਾ। ਤੁਹਾਨੂੰ ਮਤਲਬ ਉਹ ਤੁਹਾਡੇ ਬਾਏ ਟਿਪ ਯਾਦ ਹੋਣੇ ਚਾਹੀਦੇ ਆ। ਤੁਹਾਨੂੰ ਕੋਈ ਪੁੱਛੇ ਤੁਸੀਂ ਨਾਲ ਦੀ ਨਾਲ ਆਨਸਰ ਦਿਓ। ਠੀਕ ਹੈ ਜੀ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਫੰਡਾਮੈਂਟਲ ਰਾਈਟਸ ਦੀ, ਬੁਨਿਆਦੀ ਅਧਿਕਾਰਾਂ ਦੀ। 6 ਹੁੰਦੇ ਆ ਤੇ USA ਤੋਂ ਲਿੱਤੇ ਸੀਗੇ। ਬਹੁਤ ਵਾਰ ਰਿਪੀਟ ਹੋਇਆ ਪੇਪਰ ਦੇ ਵਿੱਚ ਕੁਐਸਚਨ, ਤੁਸੀਂ ਬਾਰ-ਬਾਰ ਦੇਖੋਗੇ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਅਮੈਂਡਮੈਂਟ ਦੀ। ਅਮੈਂਡਮੈਂਟ ਵਾਲਾ ਯਾਦ ਕਰ ਲਿਓ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਫੰਡਾਮੈਂਟਲ ਡਿਊਟੀਜ਼ ਦੀ ਗੱਲ ਕਰਦੇ ਹਾਂ। ਰਸ਼ੀਆ ਤੇ ਆਪਾਂ ਨੂੰ ਇਹ ਵੀ ਯਾਦ ਰੱਖਣਾ ਵੀ ਕਿੰਨੀਆਂ ਡਿਊਟੀਆਂ ਸੀਗੀਆਂ, 11। ਫੰਡਾਮੈਂਟਲ ਰਾਈਟ, ਆਪਣਾ ਜਿਹੜਾ ਅਸੋਧਾਂ ਬਾਰੇ, ਗਣਤੰਤਰ ਵਾਲਾ ਵੀ ਯਾਦ ਰੱਖਣਾ, 1 2 3 4। ਇਹ 4 ਤਾਂ ਬਹੁਤ ਇੰਪੋਰਟੈਂਟ ਹੈ। ਉਸ ਤੋਂ ਬਾਅਦ ਇੱਕ DPSP, ਮੈਂ DSP ਨਾਲ ਯਾਦ ਕੀਤਾ ਨਾ DPSP ਨੂੰ। ਇਹ 5-7 ਜਿਹੜੇ ਮੈਂ ਤੁਹਾਨੂੰ ਦੱਸ ਰਿਹਾ, ਇਹ ਤੁਹਾਡੇ ਟਿਪਸ ਤੇ ਹੋਣੇ ਚਾਹੀਦੇ ਆ, ਬਿਲਕੁਲ ਟਿਪਸ ਤੇ। ਇੱਕ ਸੋਧਾਂ ਵਾਲਾ, ਇੱਕ ਆਪਣਾ ਗਣਤੰਤਰ ਵਾਲਾ, ਇੱਕ ਰਾਈਟਸ ਵਾਲਾ ਤੇ ਇੱਕ ਡਿਊਟੀਜ਼ ਵਾਲਾ। ਇਹ ਤੁਹਾਡੇ 5, ਇੱਕ DSPS ਵਾਲਾ ਵੀ ਹੋ ਗਿਆ। ਤੇ ਮਤਲਬ ਇਹ 5-7 ਜਿਹੜੇ ਤੁਹਾਡੇ ਟਿਪਸ ਤੇ ਹੋਣੇ ਚਾਹੀਦੇ ਆ। ਅਗਰ ਤੁਹਾਨੂੰ ਇਹ ਟਿਪਸ ਤੇ ਹੋਣਗੇ, ਮੇਰੇ ਹਿਸਾਬ ਨਾਲ ਇਹਦੇ ਵਿੱਚੋਂ ਹੀ ਪੇਪਰ ਆ ਜਾਊਗਾ। ਤੁਸੀਂ ਇਹਨਾਂ ਨੂੰ ਲਿਖਣਾ ਹੈ ਤੇ ਯਾਦ ਕਰਨਾ ਹੈ। ਹੁਣ ਮੈਂ ਇੱਕ ਛੋਟਾ ਜਿਹਾ ਕੁਇਜ਼ ਰੱਖਾਂਗਾ। ਸਭ ਨੇ ਮੈਨੂੰ ਕਿਹਾ ਸੀ ਜਿੰਨੇ ਤੋਂ ਜਿੰਨੇ ਕੁਐਸਚਨ ਬਣ ਸਕਦੇ ਉਹਨੇ ਰੱਖੋ, ਪਰ ਆਪਾਂ ਸਾਰਾ ਕੱਲਾ ਕੁਐਸਚਨ ਟੈਸਟ ਨਹੀਂ ਕਰ ਸਕਦੇ। ਇਸ ਕਰਕੇ ਜੋ ਚੁਣਵੇਂ ਤੇ ਵਧੀਆ ਕੁਐਸਚਨ ਹੋਣਗੇ ਆਪਾਂ ਉਹੀ ਟੈਸਟ ਕਰਾਂਗੇ। ਜੇ ਤੁਹਾਡੇ ਉਹਨਾਂ ਚੋਂ ਠੀਕ ਹੁੰਦੇ ਆ, ਤੁਸੀਂ ਇਹ ਸਮਝ ਸਕਦੇ ਹੋ ਵੀ ਤੁਹਾਨੂੰ ਇਹ ਚੀਜ਼ਾਂ ਯਾਦ ਹੋ ਰਹੀਆਂ ਤੇ ਤੁਸੀਂ ਇੰਪਰੂਵ ਕਰ ਰਹੇ ਹੋ, ਤੁਸੀਂ ਪੇਪਰ ਦੇ ਵਿੱਚ ਵੀ ਨੰਬਰ ਲੈ ਕੇ ਆਓਗੇ। ਇਸ ਕਰਕੇ ਮੈਂ ਸਿਰਫ ਛੋਟਾ ਜਿਹਾ ਕੁਇਜ਼ ਲਾਉਂਗਾ, 10 ਤੋਂ 15 ਕੁਐਸਚਨ ਦੇ ਵਿੱਚ ਰੱਖਾਂਗੇ। ਮੈਂ ਤੁਹਾਨੂੰ ਹੁਣੀ ਕੁਇਜ਼ ਦੇਣਾ। ਆਪਾਂ ਹੁਣ ਗੱਲ ਕਰਨ ਜਾ ਰਹੇ ਹਾਂ ਜੀ ਕੁਇਜ਼ ਦੀ। ਜੋ ਆਪਾਂ ਪੜਿਆ ਉਹਦੇ ਵਿੱਚ ਆਪਾਂ ਪਹਿਲੀ ਸਲਾਈਡ ਦੇ ਵਿੱਚ 7 ਕੁਐਸਚਨ ਲਿੱਤੇ ਆ ਜੀ। ਪਹਿਲਾ ਜਿਹੜਾ ਕੁਐਸਚਨ ਹੈਗਾ ਜੀ, ਸੰਵਿਧਾਨ ਵਿੱਚੋਂ ਜੋ ਸੋਧਾਂ ਦਾ ਸਰੋਤ ਕਿੱਥੋਂ ਲਿਆ ਗਿਆ ਹੈ। ਸੋਧਾਂ ਮਤਲਬ ਅਮੈਂਡਮੈਂਟ ਦੀ ਜਿਹੜੀ ਗੱਲ ਹੈ ਉਹ ਕਿੱਥੋਂ ਲਿੱਤੀ ਗਈ ਹੈ। ਪਹਿਲਾ ਆਨਸਰ ਹੈਗਾ ਜੀ ਸਾਊਥ ਅਫਰੀਕਾ ਜਾਂ ਦੂਜਾ ਹੈਗਾ ਜੀ UK। ਦੋਨਾਂ ਚੋਂ ਇੱਕ ਆਨਸਰ ਹੈ। ਤੁਸੀਂ ਪੌਜ਼ ਕਰਕੇ ਅਟੈਂਪਟ ਕਰਨਾ ਹੈ, ਮੈਂ ਤੁਹਾਨੂੰ ਆਨਸਰ ਦੱਸਣ ਜਾ ਰਿਹਾ। ਆਨਸਰ ਜਿਹੜਾ ਸਾਊਥ ਅਫਰੀਕਾ ਤੋਂ ਲਿੱਤਾ ਗਿਆ ਸੀ ਸੋਧਾਂ ਬਾਰੇ, ਅਮੈਂਡਮੈਂਟ ਬਾਰੇ, ਵੀ ਆਪਾਂ ਮੋਡੀਫਾਈ ਕਿਵੇਂ ਕਰ ਸਕਦੇ ਹਾਂ ਕਨਸਟੀਟਿਊਸ਼ਨ। ਆਪਾਂ ਇਹਨੂੰ ਡੈਪਥ 'ਚ ਪੜਿਆ। ਦੂਜਾ ਕੁਐਸਚਨ ਮੈਂ ਲਵਾਂਗਾ ਜੀ ਬੁਨਿਆਦੀ ਫਰਜ਼ ਕਿੰਨੇ ਹਨ, ਕਿੱਥੋਂ ਲਿੱਤੇ ਗਏ ਹਨ। ਜਿਹੜੇ ਬੁਨਿਆਦੀ ਫਰਜ਼ ਮਤਲਬ ਫੰਡਾਮੈਂਟਲ ਡਿਊਟੀਜ਼, ਫੰਡਾਮੈਂਟਲ ਡਿਊਟੀਜ਼ ਕਿੰਨੀਆਂ ਹਨ ਤੇ ਕਿੱਥੋਂ ਲਿੱਤੀਆਂ ਗਈਆਂ ਹਨ। ਇਹਦਾ ਪਹਿਲਾ ਆਪਸ਼ਨ ਹੈਗਾ ਜੀ 11 USSR ਤੋਂ ਲਿੱਤੀਆਂ ਗਈਆਂ ਹਨ। ਦੂਜਾ ਹੈਗਾ ਜੀ 10 ਨੇ ਤੇ USA ਤੋਂ ਲਿੱਤੀਆਂ ਗਈਆਂ ਹਨ। ਮੈਂ ਆਨਸਰ ਦੱਸ ਰਿਹਾ ਜੀ 11 ਨੇ ਤੇ USSR ਤੋਂ ਲਿੱਤੀਆਂ ਗਈਆਂ ਹਨ। USSR ਨੂੰ ਆਪਾਂ ਰਸ਼ੀਆ ਵੀ ਬੋਲਦੇ ਹਾਂ। ਤੀਜਾ ਕੁਐਸਚਨ ਹੈ ਜੀ ਰਿਟ। ਇਹ ਕੁਐਸਚਨ ਥੋੜਾ ਜਿਹਾ ਡਿਫਿਕਲਟ ਲੱਗ ਸਕਦਾ ਤੁਹਾਨੂੰ, ਬਿਕੋਜ਼ ਆਪਾਂ ਰਿਟਾਂ ਨੂੰ ਇੰਨਾ ਡੈਪਥ 'ਚ ਨਹੀਂ ਪੜਿਆ। ਆਪਾਂ ਕੱਲ ਦੀ ਕਲਾਸ ਦੇ ਵਿੱਚ ਇਸ ਨੂੰ ਪੜਾਂਗੇ, ਠੀਕ ਹੈ ਨਾ ਜੀ। ਤੇ ਰਿਟ ਆਪਾਂ 5 ਪੜਾਂਗੇ, 5 ਰਿਟ ਪੜਾਂਗੇ ਆਪਾਂ। ਰਿਟ ਕਿੱਥੋਂ ਲਿੱਤੇ ਗਏ ਹਨ। ਪਹਿਲਾ ਆਪਸ਼ਨ ਕੈਨੇਡਾ ਜੀ, ਦੂਜਾ ਜਰਮਨੀ, ਤੀਜਾ UK। 3 ਆਪਸ਼ਨ ਨੇ ਇਹਦੇ ਵਿੱਚ, ਧਿਆਨ ਨਾਲ ਅਟੈਂਪਟ ਕਰਿਓ। UK ਦਾ ਆਨਸਰ ਹੋਏਗਾ। ਚੌਥਾ ਕੁਐਸਚਨ ਕਰਨ ਜਾ ਰਹੇ ਹਾਂ ਜੀ, ਕਿਹੜਾ ਬੁਨਿਆਦੀ ਅਧਿਕਾਰ ਮਤਲਬ ਫੰਡਾਮੈਂਟਲ ਰਾਈਟ
ਮੁਅੱਤਲ ਨਹੀਂ ਕੀਤੇ ਜਾ ਸਕਦੇ ਜਾਂ ਮੁਅੱਤਲ ਨਹੀਂ ਕੀਤਾ ਜਾ ਸਕਦਾ, ਜਿਹੜਾ ਆਪਾਂ ਕਹੀਏ ਸਸਪੈਂਡ ਨਹੀਂ ਕੀਤਾ ਜਾ ਸਕਦਾ, ਕੁਝ ਵੀ ਕੰਡੀਸ਼ਨ ਹੋ ਜਾਏ, ਐਮਰਜੈਂਸੀ ਲੱਗ ਜਾਏ, ਜੋ ਮਰਜ਼ੀ ਹੋ ਜਾਏ। ਆਪਸ਼ਨ ਹੈ ਜੀ 21/22, 2021 ਜਾਂ 19/20। ਆਨਸਰ ਇਹਦਾ ਹੈਗਾ ਜੀ 2021। ਆਪਾਂ ਯਾਦ ਕੀਤਾ ਸੀ 2021 ਤੋਂ, 2021 ਚੱਲ ਰਿਹਾ, ਇਸੇ ਨਾਲ 2021 ਯਾਦ ਕੀਤਾ ਸੀ ਆਪਾਂ। ਇਸ ਤੋਂ ਅਗਲਾ ਕੁਐਸਚਨ ਪੜਨ ਜਾ ਰਹੇ ਹਾਂ ਜੀ, ਸੰਵਿਧਾਨ ਦਾ ਸਭ ਤੋਂ ਵੱਡਾ ਸਰੋਤ, ਸੋਰਸ ਕਿਹੜਾ ਹੈ? ਸੰਵਿਧਾਨ ਦਾ ਸਭ ਤੋਂ ਵੱਡਾ ਸਰੋਤ ਆਪਸ਼ਨ ਹੈਗੇ ਜੀ, ਪਹਿਲਾ ਦ ਗਵਰਨਮੈਂਟ ਆਫ ਇੰਡੀਆ ਐਕਟ 1935 ਜਾਂ ਯੂਕੇ, ਜਾਂ ਯੂਕੇ ਤੋਂ ਯੂਕੇ ਸੀ ਜਾਂ ਗਵਰਨਮੈਂਟ ਆਫ ਇੰਡੀਆ ਐਕਟ 1935 ਸੀਗਾ। ਆਪਾਂ ਮੈਂ ਤੁਹਾਨੂੰ ਸਪੈਸ਼ਲੀ ਲਿਖ ਕੇ ਦੱਸਿਆ ਸੀਗਾ ਦ ਗਵਰਨਮੈਂਟ ਆਫ ਇੰਡੀਆ ਐਕਟ 1935। ਇਹਦਾ ਆਨਸਰ ਬਿਲਕੁਲ ਸਹੀ ਹੈ। ਇਸ ਤੋਂ ਅਗਲਾ ਕੁਐਸਚਨ ਕਰਨ ਜਾ ਰਹੇ ਹਾਂ, 6ਵਾਂ ਕੁਐਸਚਨ, ਇੱਕੋ ਨਾਗਰਿਕਤਾ, ਸਿੰਗਲ ਸਿਟੀਜ਼ਨਸ਼ਿਪ ਦੀ ਗੱਲ ਕਿਹਨੇ ਕੀਤੀ ਸੀ ਵੀ ਇੱਕੋ ਨਾਗਰਿਕਤਾ ਹੋਏਗੀ? ਯੂਕੇ ਤੋਂ ਲਿੱਤਾ ਗਿਆ ਸੀ ਜਾਂ ਯੂਐਸਏ ਤੋਂ? ਜੀ ਦੱਸੋ ਕਿੱਥੋਂ ਲਿੱਤਾ ਗਿਆ ਸੀ? ਯੂਕੇ ਤੋਂ ਲਿੱਤਾ ਗਿਆ ਸੀ ਜੀ। ਯੂਕੇ ਤੋਂ ਆਪਾਂ ਅਡਾਪਟ ਕੀਤਾ ਸੀਗਾ ਸਿੰਗਲ ਸਿਟੀਜ਼ਨਸ਼ਿਪ ਦੀ ਗੱਲ। 7ਵਾਂ ਕੁਐਸਚਨ ਕਰਨ ਜਾ ਰਹੇ ਹਾਂ ਜੀ, ਗਣਤੰਤਰ, ਰਿਪਬਲਿਕ ਦੀ ਗੱਲ ਕਿੱਥੋਂ, ਸੋਚ ਕਿੱਥੋਂ ਲਈ ਗਈ ਸੀ? ਰਿਪਬਲਿਕ ਦੀ ਸੋਚ ਰਿਪਬਲਿਕ ਆਫ ਇੰਡੀਆ ਹੋਊਗਾ। ਪਹਿਲਾ ਆਪਸ਼ਨ ਹੈਗਾ ਜੀ ਫਰਾਂਸ, ਦੂਜਾ ਹੈਗਾ ਆਇਰਲੈਂਡ। ਇਹਦਾ ਆਨਸਰ ਹੈਗਾ ਜੀ ਫਰਾਂਸ। ਫਰਾਂਸ ਤੋਂ ਆਪਾਂ ਲਿਖਿਆ ਸੀ ਰਿਪਬਲਿਕ ਹੋਏਗਾ, ਰਿਪਬਲਿਕ ਆਫ ਇੰਡੀਆ ਹੋਊਗਾ। ਮੈਂ ਅਗਲੀ ਸਲਾਈਡ ਲਾਵਾਂਗਾ, ਉਹਦੇ ਵਿੱਚ ਕੁਝ ਕੁਐਸਚਨਸ ਹੋਰ ਹੋਣਗੇ। ਆਪਾਂ ਪਹਿਲਾਂ 7 ਕੁਐਸਚਨ ਕੀਤੇ ਸੀਗੇ, 3 ਕੁਐਸਚਨ ਹੋਰ ਕਰਨ ਜਾ ਰਹੇ ਹਾਂ। ਪਹਿਲਾ ਕੁਐਸਚਨ ਆਪਾਂ ਕਰ ਰਹੇ ਹਾਂ 8ਵਾਂ ਕੁਐਸਚਨ, ਡੀਪੀਐਸਪੀ ਕਿੱਥੋਂ ਲਿੱਤੇ ਗਏ ਸੀਗੇ? ਇਹਨੂੰ ਯਾਦ ਕਰਨ ਦੀ ਆਪਾਂ ਟ੍ਰਿਕ ਲਿੱਤੀ ਸੀਗੀ। ਆਪਸ਼ਨ ਹੈਗੇ ਆਇਰਲੈਂਡ, ਯੂਕੇ ਤੇ ਯੂਐਸਏ, ਤਿੰਨਾਂ ਚੋਂ ਦੱਸਿਓ। ਇਹਦਾ ਆਨਸਰ ਹੈਗਾ ਜੀ ਆਇਰਲੈਂਡ। ਪਹਿਲਾ ਆਨਸਰ ਹੈਗਾ ਆਇਰਲੈਂਡ। ਆਪਾਂ ਟ੍ਰਿਕ ਲਿੱਤੀ ਸੀ ਡੀਐਸਪੀ ਕਿੱਥੋਂ ਟ੍ਰੇਨਿੰਗ ਲੈ ਕੇ ਆਇਆ ਸੀ? ਆਇਰਲੈਂਡ ਤੋਂ। ਠੀਕ ਹੈ ਜੀ। ਅਗਲਾ ਕੁਐਸਚਨ ਸੀਗਾ, ਲਿਖਤੀ ਸੰਵਿਧਾਨ, ਰਿਟਨ ਕਨਸਟੀਟਿਊਸ਼ਨ ਦੀ ਸੋਚ ਕਿੱਥੋਂ ਲਿੱਤੀ ਗਈ ਸੀ? ਆਪਸ਼ਨ ਯੂਐਸਏ ਜੀ, ਯੂਕੇ ਜੀ, ਯੂਐਸਐਸਆਰ। ਇਹ ਤਿੰਨੋਂ ਯੂ ਵਾਲੇ ਆ, ਤੁਹਾਨੂੰ ਤਿੰਨਾਂ ਦਾ ਧਿਆਨ ਰੱਖਣਾ ਹੈ। ਆਨਸਰ ਹੈਗਾ ਇਹਦਾ ਯੂਐਸਏ ਤੋਂ ਇਹ ਸੋਚ ਲਿੱਤੀ ਗਈ ਸੀਗੀ ਕਿ ਸੰਵਿਧਾਨ ਜਿਹੜਾ ਲਿਖਤ 'ਚ ਹੋਏਗਾ। 10ਵਾਂ ਕੁਐਸਚਨ ਜੀ ਤੇ ਆਖਰੀ ਕੁਐਸਚਨ, ਕੇਂਦਰ ਦੀ ਮਜ਼ਬੂਤੀ ਦੀ ਗੱਲ, ਮਤਲਬ ਸੈਂਟਰ ਜਿਹੜਾ ਮਜ਼ਬੂਤ ਹੋਏਗਾ ਉਹਦੀ ਗੱਲ ਕਿੱਥੋਂ ਲਈ ਗਈ ਸੀ? ਪਹਿਲਾ ਆਪਸ਼ਨ ਜੀ ਕੈਨੇਡਾ, ਫਿਰ ਫਰਾਂਸ, ਫਿਰ ਯੂਐਸਏ। ਆਪਾਂ ਨੇ ਪੜਿਆ ਸੀਗਾ ਕੈਨੇਡਾ ਦੇ ਕੇਂਦਰ ਦਾ ਉਹ ਬਣਾ ਲੈਣਾ, ਰਾਈਮਿੰਗ ਵਰਡ ਬਣਾ ਲੈਣੇ, ਕੈਨੇਡਾ ਕੇਂਦਰ ਤੇ ਕੇਂਦਰ ਦੀ ਮਜ਼ਬੂਤੀ ਦੀ ਗੱਲ ਕੈਨੇਡਾ ਨੇ ਕਹੀ ਸੀ। ਤੇ 2 ਕੁਐਸਚਨ ਹੋਮਵਰਕ ਨੇ ਜੀ। ਪਹਿਲਾ ਕੁਐਸਚਨ, ਸੰਵਿਧਾਨ ਕਨਸਟੀਟਿਊਸ਼ਨ, ਕੱਲ ਆਪਾਂ ਜੋ ਪੜਿਆ ਸੀ ਉਹਦੇ ਦਾ ਹੋਮਵਰਕ ਹੈ। ਜੇ ਸੰਵਿਧਾਨ ਕਹ ਲਈਏ ਆਪਾਂ, ਅਡਾਪਟ ਕਦੋਂ, ਮਤਲਬ ਅਪਣਾਇਆ ਕਦੋਂ ਗਿਆ ਸੀ? ਠੀਕ ਹੈ ਜੀ। ਇੱਕ ਤਾਂ ਦੱਸੋ ਕਦੋਂ ਅਪਣਾਇਆ ਗਿਆ ਸੀਗਾ, ਤੁਹਾਨੂੰ ਆਪ ਹੀ ਦੱਸਣਾ, ਮੈਂ ਆਪਸ਼ਨ ਨਹੀਂ ਦੇ ਰਿਹਾ ਇਹਦੇ ਵਿੱਚ, ਤੁਹਾਨੂੰ ਆਣਾ ਚਾਹੀਦਾ। ਅਪਣਾਇਆ ਕਦੋਂ ਗਿਆ ਸੀ ਤੇ ਲਾਗੂ ਕਦੋਂ ਕੀਤਾ ਗਿਆ ਸੀ, ਇਹ ਤੁਹਾਨੂੰ ਦੋਨਾਂ ਹੀ ਤੁਹਾਨੂੰ ਯਾਦ ਹੋਏਗਾ ਥੋੜਾ ਬਹੁਤ। ਠੀਕ ਹੈ ਜੀ। ਤੇ ਇੱਕ ਆਪਾਂ ਹੋਰ ਕੁਐਸਚਨ ਲੈ ਲੈਂਦੇ ਆ, ਕੱਲ ਆਪਾਂ ਪੜਿਆ ਸੀਗਾ। ਠੀਕ ਹੈ ਜੀ, ਸੰਵਿਧਾਨ ਦੇ ਬਾਰੇ, ਸੰਵਿਧਾਨ ਦੀ ਸੋਚ ਕਿਹਨੇ ਪ੍ਰਗਟ ਕੀਤੀ ਸੀਗੀ? ਸੋਚ ਕਿਸ ਬੰਦੇ ਨੇ ਪ੍ਰਗਟ ਕੀਤੀ ਸੀਗੀ? ਤੇ ਵੈਸੇ ਮੈਂ ਇਹ ਕੱਲ ਬੋਲਿਆ ਸੀ, ਲਿਖਿਆ ਨਹੀਂ ਸੀਗਾ। 1934 ਚ ਕੀਤੀ ਗਈ ਸੀ, ਇਹ ਮੈਂ ਤੁਹਾਨੂੰ ਦੱਸ ਦੇਣਾ, ਹਿੰਟ ਦੇ ਦੇਣਾ। 1934 ਚ ਕੀਤੀ ਗਈ ਸੀ ਤੇ ਇਹਦੇ ਵਿੱਚ ਅਪਣਾਇਆ ਤੇ ਲਾਗੂ ਕੀਤਾ ਚ ਫਰਕ ਰੱਖਿਓ। ਇਹ ਤੁਹਾਡੇ 2 ਕੁਐਸਚਨ ਹੋਮਵਰਕ ਨੇ। 10 ਕੁਐਸਚਨ ਮੈਂ ਪ੍ਰੈਕਟਿਸ ਕਰ ਲਏ, ਲਗਭਗ 12 ਕੁਐਸਚਨ ਮੈਂ ਪ੍ਰੈਕਟਿਸ ਕਰ ਚੁੱਕੇ ਹਾਂ। ਕੱਲ ਦੀ ਵੀ ਥੋੜੀ ਬਹੁਤ ਪ੍ਰੈਕਟਿਸ ਤੇ 10 ਕੁਐਸਚਨ ਅੱਜ ਦੇ। ਬਾਕੀ ਤੁਸੀਂ ਲਾਈਕ ਕਰੋ, ਸਬਸਕ੍ਰਾਈਬ ਕਰੋ, ਸ਼ੇਅਰ ਕਰੋ। ਅਗਰ ਤੁਹਾਨੂੰ ਕੋਈ ਇੰਪਰੂਵਮੈਂਟ ਚਾਹੀਦੀ ਹੈ ਤੁਸੀਂ ਕਮੈਂਟ ਕਰ ਸਕਦੇ ਹੋ, ਕੋਈ ਡਾਊਟ ਹੈ ਕਮੈਂਟ ਕਰ ਸਕਦੇ ਹੋ। ਮੈਂ ਕੱਲ ਵੀ ਜਿਨ੍ਹਾਂ ਨੇ ਡਾਊਟ ਸੀ ਕਮੈਂਟਾਂ 'ਚ ਕੱਢੇ ਸੀਗੇ, ਸਭ ਦੇ ਦੱਸੇ ਸੀ ਡਾਊਟ ਕੀ ਆਪਾਂ ਕਲੀਅਰ ਕਰਤੇ ਸੀ ਸਭ ਦੇ। ਤੁਸੀਂ ਕਮੈਂਟ ਕਰ ਸਕਦੇ ਹੋ, ਬਾਕੀ ਸਾਰੇ ਡਾਊਟ ਆਪਾਂ ਨਾਲ ਦੀ ਨਾਲ ਸੋਲਵ ਕਰ ਦਾਂਗੇ। ਥੈਂਕ ਯੂ ਜੀ।